ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਕੌਮਾਂਤਰੀ ਪੱਧਰ 'ਤੇ ਕਈ ਵਾਰ ਐਸੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਮਨ ਦੇ ਵਿੱਚ ਬਹੁਤ ਦਰਦ ਮਹਿਸੂਸ ਹੁੰਦਾ ਅਤੇ ਮਨੁੱਖੀ ਜੀਵਨ ਨੂੰ ਇਉਂ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਅੰਧਕਾਰ ਜਾਂ ਮੁਸ਼ਕਿਲ ਦੇ ਦੌਰ ਦੇ ਵਿੱਚੋਂ ਦੀ ਗੁਜ਼ਰਨ ਦੀ ਘੜੀ ਆ ਗਈ ਹੋਵੇ। ਬੀਤੇ ਦਿਨ ਜੋ ਕਿ ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਐਲੀਮੈਂਟਰੀ ਸਕੂਲ 'ਚ ਘਟਨਾ ਵਾਪਰੀ, ਜਿੱਥੇ ਇੱਕ ਸਿਰਫਿਰੇ ਹਮਲਾਵਰ ਨੇ 19 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, 2 ਹੋਰ ਜਾਨਾਂ ਗਈਆਂ। ਇਹ ਘਟਨਾ ਨੇ ਇੱਕ ਵਾਰ ਸਾਰਿਆਂ ਦਾ ਹਿਰਦਾ ਪਲੁੰਦਰ ਦਿੱਤਾ। ਦਰਅਸਲ ਇਹ ਤਸਵੀਰਾਂ ਜਿਹੜੀਆਂ ਟੈਕਸਸ ਸਕੂਲ ਸ਼ੂਟਿੰਗ ਦੀਆਂ ਅਸੀਂ ਦੇਖ ਰਹੇ ਹਾਂ, ਇਹਨਾਂ ਦੇ ਵਿੱਚ ਉਹ ਦਰਦਨਾਕ ਵਾਕਿਆ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਨਾਲ ਹਮਲਾਵਰ ਸਕੂਲ ਦੇ ਵਿੱਚ ਵੜਿਆ, ਕਿਵੇਂ ਉਸ ਨੇ ਦੂਜੀ ਤੋਂ ਚੌਥੀ ਜਮਾਤ 'ਚ ਪੜ੍ਹਦੇ ਬੱਚਿਆਂ ਨੂੰ ਸ਼ਰੇਆਮ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਿਆ ਅਤੇ ਕਿਵੇਂ ਬਾਅਦ ਦੇ ਵਿੱਚ ਇਹ ਹਮਲਾਵਰ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਪਰ ਇਸ ਘਟਨਾ ਨੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਨੇ, ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ। ਅਤੇ ਇਸ ਤੋਂ ਇਲਾਵਾ ਇੱਕ ਹੋਰ ਘਟਨਾ ਜਿਹੜੀ ਕਿ ਬੀਤੇ ਦਿਨ ਹੀ ਸਰੀ ਦੇ ਵਿੱਚ ਵਾਪਰੀ, ਉਹ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰੀ ਫੇਰੀ। ਇੱਕ ਫੰਡਰੇਜ਼ਿੰਗ ਈਵੈਂਟ 'ਤੇ ਹਿੱਸਾ ਲੈਣ ਉਹ ਆ ਰਹੇ ਸਨ। ਜਿਉਂ ਹੀ ਉਹ ਇਸ ਵਾਸਤੇ ਆਮਦ ਉਹਨਾਂ ਦੀ ਹੋਈ ਤਾਂ ਕੁਝ ਇੱਕ ਖਾਸ ਕਿਸਮ ਦੇ ਜਿਹੜੇ ਕੋਵਿਡ ਦੇ ਦਿਨਾਂ ਦੇ ਦੌਰਾਨ ਵੀ ਲਗਾਤਾਰ ਵਿਰੋਧ ਕਰਨ ਵਾਲੇ ਲੋਕ ਸਨ, ਉਹਨਾਂ ਨੇ ਤਿੱਖੇ ਵਿਰੋਧ ਦੇ ਨਾਲ ਜਸਟਿਨ ਟਰੂਡੋ ਦਾ ਉਹ ਈਵੈਂਟ ਸੀ ਜੋ ਉਸ ਨੂੰ ਰੋਕਿਆ ਅਤੇ ਉਹ ਤਸਵੀਰਾਂ ਵੀ ਅਸੀਂ ਕੁਝ ਸਮੇਂ ਦੌਰਾਨ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਸਵਾਲ ਇਹ ਹੈ ਕਿ ਉਸ ਵੇਲੇ ਵਿਰੋਧ ਕਰਦਿਆਂ ਕਈ ਤਰ੍ਹਾਂ ਦੇ ਅਪਸ਼ਬਦ ਖਾਸ ਤੌਰ 'ਤੇ ਰੰਗਦਾਰ ਭਾਈਚਾਰੇ ਲਈ ਵੀ ਵਰਤੇ ਗਏ। ਇੱਕ ਖਾਸ ਕਿਸਮ ਦਾ ਮਾਹੌਲ ਕਾਇਮ ਕੀਤਾ ਗਿਆ। ਬੇਸ਼ੱਕ ਸਿਆਸੀ ਵਿਰੋਧੀਆਂ ਦਾ ਇਹ ਕਹਿਣਾ ਕਿ ਦੇਖੋ ਪ੍ਰਧਾਨ ਮੰਤਰੀ ਦਾ ਈਵੈਂਟ ਜਿਹੜਾ ਹੈ ਮਜਬੂਰਨ ਉਸ ਨੂੰ ਕੈਂਸਲ ਕਰਨਾ ਪਿਆ, ਪਰ ਇੱਥੇ ਵਿਚਾਰ ਇਹ ਹੈ ਕਿ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਹਾਂ, ਕੋਵਿਡ ਦੀ ਵਿਉਂਤਬੰਦੀ ਦੇ ਦੌਰਾਨ ਵੈਕਸੀਨੇਸ਼ਨ ਦੇ ਵਾਸਤੇ ਜੋ ਉਪਰਾਲੇ ਹਰੇਕ ਵਿਅਕਤੀ ਨੇ ਕੀਤੇ ਨੇ, ਉਸ ਨੂੰ ਆਧਾਰ ਬਣਾ ਕੇ ਅਤੇ ਇੱਕ ਖਾਸ ਕਿਸਮ ਦਾ ਜਿਹੜਾ ਹੈ ਨੈਰੇਟਿਵ ਸਿਰਜ ਕੇ ਜਿਸ ਤਰ੍ਹਾਂ ਦਾ ਮਾਹੌਲ ਕਾਇਮ ਕੀਤਾ ਜਾ ਰਿਹਾ, ਇਹ ਕਿਸ ਦੇ ਹੱਕ ਦੇ ਵਿੱਚ ਹੈ, ਕਿਸ ਦੇ ਵਿਰੋਧ ਦੇ ਵਿੱਚ। ਅਤੇ ਨਸਲਵਾਦੀ ਜਿਹੜਾ ਉਸ ਸਮੇਂ ਵਰਤਾਰਾ ਪੇਸ਼ ਕਰਨਾ ਜਾਂ ਵਿਰੋਧ ਦੇ ਵਿੱਚ ਦੂਜਿਆਂ ਨੂੰ ਰੰਗਦਾਰ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨੇ 'ਤੇ ਲਿਆ ਕੇ ਇਸ ਤਰ੍ਹਾਂ ਦੀ ਨਫ਼ਰਤ ਭਰੀ ਜਿਹੜੀ ਹੈ ਉਸ ਵੇਲੇ ਚਰਚਾ ਛੇੜਨੀ, ਇਹ ਕਿੰਨੀ ਕੁ ਜਾਇਜ਼ ਹੈ, ਇਸ ਨੂੰ ਬਾਰੀਕੀ ਨਾਲ ਵੇਖਣਾ ਪਏਗਾ। ਸਿਰਫ ਸਿਆਸੀ ਵਿਰੋਧਤਾ ਕਾਰਨ ਹੀ ਇਸ ਨੂੰ ਆਪਣੇ ਹਿੱਤ ਦੇ ਵਿੱਚ ਨਾ ਗਿਣੀਏ। ਇਹ ਸਾਰੀ ਗੱਲਬਾਤ ਲਈ ਅੱਜ ਵਿਸ਼ੇਸ਼ ਚਰਚਾ ਕਰ ਰਹੇ ਹਾਂ, ਜਿਸ ਦੇ ਵਿੱਚ ਸਾਡੇ ਨਾਲ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਸ਼ਾਮਲ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ, ਇਹਨਾਂ ਗੰਭੀਰ ਵਿਸ਼ੇ 'ਤੇ ਗੱਲਬਾਤ ਕਰਨ ਲਈ ਮੌਕਾ ਦੇ ਰਹੇ ਹੋ, ਧੰਨਵਾਦ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਤਾਂ ਜਿਹੜੀ ਜੋ ਟੈਕਸਸ ਦੇ ਵਿੱਚ ਐਲੀਮੈਂਟਰੀ ਸਕੂਲ 'ਚ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਮਾਸੂਮ ਜਿਹੜੇ ਬੱਚੇ 8-10 ਸਾਲ ਦੀ ਉਮਰ ਦੇ, ਜਿਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਅਤੇ ਹਰ ਕੋਈ ਹਿਰਦਾ ਜਿਹੜਾ ਵਲੂੰਦਰਿਆ ਪਿਆ। ਅਤੇ ਮੈਨੂੰ ਲੱਗਦਾ ਕਿ ਸਕੂਲਾਂ 'ਚ ਜਿੱਥੇ ਜਿੱਥੇ ਵੀ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ, ਹਰ ਮਾਂ-ਬਾਪ ਜਿਨ੍ਹਾਂ ਦੇ ਬੱਚੇ ਉਸ ਉਮਰ ਦੇ ਨੇ, ਉਹਨਾਂ ਨੂੰ ਤਾਂ ਰਾਤ ਨੂੰ ਨੀਂਦ ਤੱਕ ਨਹੀਂ ਆਈ। ਸੋ ਇਹ ਸਾਰੀ ਘਟਨਾ ਬਾਰੇ ਚਾਹਾਂਗੇ ਕਿ ਸ਼ੁਰੂ ਤੋਂ ਜਿਸ ਤਰ੍ਹਾਂ ਇਹ ਮਾਹੌਲ ਜੋ ਬਣਿਆ, ਜਾਂ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਇਸ ਸਾਲ ਦੇ ਵਿੱਚ ਹੀ ਦਰਜਨਾਂ ਘਟਨਾਵਾਂ ਹੋ ਚੁੱਕੀਆਂ ਨੇ, ਇਹ ਸਾਰੇ ਜਿਹੜੇ ਵਾਰਤਾਲਾਪ ਬਾਰੇ ਆਪਣੀ ਰੌਸ਼ਨੀ ਪਾਓ ਜੀ। ਗੱਲ ਅਸਲ ਜੀ ਅਮਰੀਕਾ ਦੇ ਵਿੱਚ ਲੰਬੇ ਸਮੇਂ ਤੋਂ ਇਹ ਸਾਰਾ ਕੁਝ ਹੁੰਦਾ ਆ ਰਿਹਾ ਜੀ। ਇਹ ਕੋਈ ਆਪਣੇ ਆਪ 'ਚ ਪਹਿਲੀ ਇਹੋ ਜਿਹੀ ਵਾਰਦਾਤ ਨਹੀਂ, ਕੋਈ ਇਹੋ ਜਿਹੀ ਪਹਿਲੀ ਹਿਰਦੇ ਵੇਦਕ ਖਬਰ ਨਹੀਂ, ਜਾਂ ਕੋਈ ਹੌਲਨਾਕ ਘਟਨਾ ਨਹੀਂ ਜਿਹੜੀ ਸਕੂਲ 'ਚ ਵਾਪਰੀ ਹੋਵੇ। ਅਨੇਕਾਂ ਵਾਰ ਇਸ ਤਰ੍ਹਾਂ ਹੋਇਆ ਕਿ ਸਕੂਲਾਂ ਵਿੱਚ ਗੋਲੀਆਂ ਚੱਲੀਆਂ ਨੇ, ਸਟੂਡੈਂਟ ਮਾਰੇ ਗਏ ਨੇ, ਸਟੂਡੈਂਟ ਹੀ ਮੁੱਖ ਤੌਰ 'ਤੇ ਇਹ ਕਾਰੇ ਕਰਦੇ ਰਹੇ ਨੇ। ਸੋ ਇਸ ਵਿੱਚ ਕੀ ਹੋਇਆ ਕਿ ਜਿਹੜਾ ਟੈਕਸਸ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਵਿੱਚ 18 ਵਰ੍ਹਿਆਂ ਦਾ ਜਿਹੜਾ ਸੈਲਵਾਡੋਰ ਰਾਮੋਸ ਨਾਂ ਦਾ ਇੱਕ ਜਿਹੜਾ ਨੌਜਵਾਨ, ਉਹ ਹਥਿਆਰਬੰਦ ਜਾ ਕੇ ਉੱਥੇ ਇੱਕੋ ਕਲਾਸਰੂਮ ਦੇ ਵਿੱਚ ਆਪਣੇ ਕਲਾਸਰੂਮ ਬੰਦ ਕਰ ਲੈਂਦਾ ਔਰ ਉੱਥੇ ਜਿਹੜੇ 19 ਬੱਚੇ ਅਤੇ 2 ਟੀਚਰਾਂ ਨੂੰ ਉਹ ਕਤਲ ਕਰ ਦਿੰਦਾ। ਸੋ ਇਹ ਕਾਰਾ ਹੋਇਆ ਸੰਖੇਪ ਦੇ ਵਿੱਚ ਜੀ। ਹੁਣ ਸਵਾਲ ਪੈਦਾ ਹੋ ਰਿਹਾ ਵੀ ਕਿਉਂ ਹੋਇਆ, ਮਕਸਦ ਕੀ ਰਿਹਾ ਹੋਊਗਾ, ਅਤੇ ਇਸ ਤੋਂ ਇਲਾਵਾ ਕਿ ਹਥਿਆਰ ਉਸ ਕੋਲ ਕਿਵੇਂ ਪਹੁੰਚੇ ਨੇ, ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਜਿਹੜੇ ਸੁਭਾਵਿਕ ਨੇ। ਇਨ ਦਾ ਮੀਨ ਟਾਈਮ ਕੀ ਹੋਇਆ ਕਿ ਕਿਉਂਕਿ ਬਾਰਡਰ ਤੋਂ ਲੱਗ ਗਈ ਹੈ ਜਗ੍ਹਾ ਆਵਲੀ, ਸੋ ਬਾਰਡਰ ਏਜੰਟ ਗਏ ਜਦੋਂ ਮੌਕੇ 'ਤੇ ਕਾਰਵਾਈ ਪਾਉਣ ਲਈ, ਉਹਨਾਂ ਵਿਚਾਲੇ ਵੀ ਗੋਲੀ ਚੱਲੀ, ਜਿਸ ਨਾਲ 2 ਬਾਰਡਰ ਏਜੰਟ ਵੀ ਫੱਟੜ ਹੋਏ ਨੇ। ਹਾਲਾਂਕਿ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ਤੋਂ ਪਹਿਲਾਂ 18 ਵਰ੍ਹਿਆਂ ਦੇ ਨੌਜਵਾਨ ਆਪਣੀ ਦਾਦੀ ਜਾਂ ਨਾਨੀ ਨੂੰ ਵੀ ਗੋਲੀਆਂ ਮਾਰ ਕੇ ਆਇਆ।
ਸੋ ਹੁਣ ਗੱਲ ਕਲੀਅਰ ਨਹੀਂ ਹੋ ਰਹੀ ਕਿ ਕੀ ਮਕਸਦ ਰਿਹਾ ਹੋਊਗਾ। ਇੱਕ ਵਰਜਨ ਇਹ ਵੀ ਆ ਰਿਹਾ ਕਿ ਸ਼ਾਇਦ ਉਸਦੀ ਕਿਸੇ ਵੇਲੇ ਬੁਲਿੰਗ ਹੁੰਦੀ ਰਹੀ ਹੈ, ਜਿਸ ਦੇ ਕਾਰਨ ਉਹਦੇ ਮਨ 'ਚ ਗੁੱਸਾ ਸੀਗਾ, ਉਸਨੇ ਆ ਕਰ ਦਿੱਤਾ। ਨਾਲ ਦੀ ਨਾਲ ਹੁਣ ਇਹ ਵੀ ਦੇਖਣਾ ਪੈਣਾ ਕਿ ਉਸਦੀ ਨਸਲ ਕੀ ਸੀ ਔਰ ਜਿਹੜੇ ਬੱਚੇ ਮਰੇ ਉਹਨਾਂ ਦੀ ਨਸਲ ਕੀ ਸੀਗੀ। ਉਸ ਐਲੀਮੈਂਟਰੀ ਸਕੂਲ 'ਚ ਮੁੱਖ ਤੌਰ 'ਤੇ 7 ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਪੜ੍ਹਦੇ। ਜਿਹੜੀ ਫੁਟੇਜ ਸਾਹਮਣੇ ਹੁਣ ਤੱਕ ਆਈ ਉਸ ਵਿੱਚ ਜਿਹੜੇ ਰੋਂਦੇ ਕੁਰਲਾਉਂਦੇ ਮਾਪੇ ਵੇਖੇ ਗਏ ਨੇ, ਬਹੁਤ ਗਿਣਤੀ ਉਸ ਵਿੱਚ ਲੈਟੀਨੋ ਮੂਲ ਦੇ ਲੋਕ ਨੇ, ਹਿਸਪੈਨਿਕ ਮੂਲ ਦੇ। ਪਰ ਹੋ ਸਕਦਾ ਕਿ ਜਿਹੜਾ ਹਮਲਾਵਰ ਹੈ ਇਹ ਵੀ ਉਸੇ ਮੂਲ ਦਾ ਹੋਵੇ। ਸੋ ਇਹ ਕਹਿਣਾ ਔਖਾ ਹੈ ਕਿ ਨਸਲਵਾਦ ਸੀ ਜਾਂ ਨਹੀਂ ਸੀ, ਕਿਉਂਕਿ ਕੁਝ ਦਿਨ ਪਹਿਲਾਂ ਬੈਫਲੋ 'ਚ ਘਟਨਾ ਵਾਪਰੀ ਜਿਸ ਦੇ ਬਾਰੇ ਅਸੀਂ ਗੱਲ ਵੀ ਕੀਤੀ ਸੀ। ਸਿਆਲ ਨਸਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਗੋਲੀਆਂ ਮਾਰਨ ਵਾਲਾ ਵੀ, ਉਹ ਵੀ 18 ਵਰ੍ਹਿਆਂ ਦਾ ਜਿਹੜਾ ਵਿਅਕਤੀ ਸੀ, ਔਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੀ ਤਾਂ ਮੌਤ ਹੋ ਚੁੱਕੀ ਹੈ। ਔਰ ਦੋਨਾਂ ਕੇਸਾਂ 'ਚ 18 ਸਾਲਾਂ ਦੇ ਇਹ ਵਿਅਕਤੀ ਜਿਹਨਾਂ ਕੋਲ ਹਥਿਆਰ ਸਨ, ਉਸ ਦੇ ਵਿੱਚ ਤਾਂ ਕਲੀਅਰ ਸੀ ਕਿ ਉਹ ਨਸਲਵਾਦ ਦੀ ਸੋਚ ਨੂੰ ਪਰਨਾਇਆ ਹੋਇਆ ਸੀਗਾ, ਨਸਲੀ ਸੋਚ ਨੂੰ ਪਰਨਾਇਆ ਹੋਇਆ ਸੀ। ਇਹ ਗੱਲ ਸਾਬਿਤ ਹੋ ਚੁੱਕੀ ਹੈ। ਇੱਥੇ ਇਸ 'ਤੇ ਜ਼ਰੂਰ ਸੋਸ਼ਲ ਮੀਡੀਆ 'ਤੇ ਧਮਕੀ ਦਿੱਤੀ ਹੈ ਕਿ ਮੈਂ ਸਕੂਲ ਜਾ ਕੇ ਉਕਾਰਾ ਕਰੂੰਗਾ। ਹੁਣ ਇਹ ਕਲੀਅਰ ਨਹੀਂ ਹੋ ਰਿਹਾ ਕਿ ਉਹ ਉਕਾਰਾ ਕੀਤਾ ਕਿਉਂ ਹੈ, ਕਿਹੜੀ ਗੱਲ ਤੋਂ ਉਸਨੇ ਪ੍ਰੇਰਿਤ ਹੋ ਕੇ ਸਾਰਾ ਕੁਝ ਕੀਤਾ। ਪਰ ਬਾਰ-ਬਾਰ ਇਹ ਸਵਾਲ ਉੱਠ ਰਹੇ ਨੇ ਕਿ ਅਮਰੀਕਾ ਵਿੱਚ ਬੰਦੂਕਾਂ ਦੀ ਇੰਨੀ ਉਪਲਬਧਤਾ ਕਿ ਬਾਰ-ਬਾਰ ਸਕੂਲਾਂ 'ਚ ਕਾਰੇ ਹੋ ਰਹੇ ਆ, ਨੌਜਵਾਨਾਂ ਕੋਲ ਬੰਦੂਕਾਂ ਚਲੀਆਂ ਜਾਣੀਆਂ। ਹਾਲਾਂਕਿ ਅਮਰੀਕਾ ਵਿੱਚ ਕੁਛ ਇੱਕ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਅਧਿਕਾਰੀਆਂ ਨੇ ਕਿ ਬੰਦੂਕਾਂ ਦੀ ਰੋਕਥਾਮ ਲਈ ਜਾਂ ਬੰਦੂਕਾਂ ਦੀ ਕੁਵਰਤੋਂ ਰੋਕਣ ਲਈ ਕੁਛ ਨਿਯਮ ਬਣਾਏ ਹੋਏ ਆ, ਪਰ ਉਹ ਕੰਮ ਨਹੀਂ ਕਰ ਰਹੇ। ਕਿਉਂਕਿ ਜਿਹੜੀ ਰਾਈਫਲ ਲੌਬੀ ਹੈ ਇੰਨੀ ਸਟਰੋਂਗ ਹੈ, ਚੰਦੇ ਇੰਨੇ ਦਿੰਦੀ ਹੈ ਪਾਰਟੀਆਂ ਨੂੰ ਕਿ ਉਹਨਾਂ ਦੇ ਖਿਲਾਫ ਮੁਹਿੰਮ ਚਲਾਉਣਾ ਵੀ ਬਹੁਤ ਔਖਾ ਹੈ। ਜੇ ਕੋਈ ਮੁਹਿੰਮ ਚਲਾਉਂਦਾ ਸਿਆਸਤ ਵਿੱਚ ਉਸਨੂੰ ਕਈ ਤਰ੍ਹਾਂ ਦੀ ਨਮੋਸ਼ੀਆਂ ਦਾ ਅਤੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ, ਸਿਆਸੀ ਭਵਿੱਖ ਵੀ ਖਤਰੇ 'ਚ ਪੈ ਸਕਦਾ। ਹਿਲਰੀ ਕਲਿੰਟਨ ਜਿਹੜੀ ਸਾਬਕਾ ਵਿਦੇਸ਼ ਮੰਤਰੀ ਆਪਣੀ ਕਿਤਾਬ 'ਚ ਸਵੀਕਾਰ ਕਰ ਚੁੱਕੀ। ਸੋ ਐਡਾ ਵੱਡਾ ਚੈਲੰਜ ਹੈ। ਵੱਡਾ ਸਵਾਲ ਇਹੀ ਕਿ ਬੰਦੂਕਾਂ ਦਾ ਸੱਭਿਆਚਾਰ ਔਰ ਨੌਜਵਾਨਾਂ ਕੋਲ ਬੰਦੂਕਾਂ ਇਸ ਤਰ੍ਹਾਂ ਪਹੁੰਚਣੀਆਂ ਔਰ ਉਸ ਤੋਂ ਬਾਅਦ ਇਹੋ ਜਿਹੇ ਕਾਰੇ ਹੋਣੇ। ਇੱਕ ਬੜਾ ਦੁਖਦਾਈ ਪਹਿਲੂ ਇਹ ਵੀ ਹੈ ਇਸ ਸਾਰੇ ਘਟਨਾਕ੍ਰਮ ਦਾ ਕਿ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਵਾਪਰਿਆ, ਉਸ ਦੇ ਬਾਰੇ ਜਿਵੇਂ ਜਿਵੇਂ ਰਿਪੋਰਟਾਂ ਆ ਰਹੀਆਂ ਨੇ ਕਿ ਜੋ ਇਹ ਸਿਰਫ ਲੜਕੇ ਦੇ ਵੱਲੋਂ, ਹਮਲਾਵਰ ਵੱਲੋਂ ਕੀਤਾ ਗਿਆ, ਉਸ ਦਾ ਮਕਸਦ ਕੋਈ ਵੀ ਹੋਵੇ, ਪਰ ਉਹ ਸੰਸਾਰ ਭਰ ਦੇ ਵਿੱਚ ਇਸ ਗੱਲ ਦੀ ਚਰਚਾ ਛਿੜੀ ਕਿ ਦੁਨੀਆ ਦਾ ਆਪਣੇ ਆਪ ਨੂੰ ਬੜਾ ਤਾਕਤਵਰ ਦੇਸ਼ ਅਖਵਾਉਣ ਵਾਲਾ, ਦੁਨੀਆ ਦਾ ਪਾਵਰਫੁਲ ਕੰਟਰੀ ਜਿਹੜਾ ਕਿ ਮੱਤਾਂ ਦਿੰਦਾ ਥਾਂ ਥਾਂ 'ਤੇ ਜਾ ਕੇ ਕਿ ਕਿਸ ਤਰੀਕੇ ਨਾਲ ਹਿੰਸਾ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ, ਉਹ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਦੇ ਵਰਤਾਰੇ ਦਾ ਸ਼ਿਕਾਰ ਹੈ ਅਤੇ ਲਗਾਤਾਰ ਇਹ ਸ਼ਿਕਾਰ ਹੋ ਰਿਹਾ। ਬੇਸ਼ੱਕ ਜੋ ਬਾਈਡਨ ਜਿਹੜੇ ਕਿ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਆਪਣੇ ਸਾਰੇ ਦੇਸ਼ ਦੇ ਝੰਡੇ ਨੀਵੇਂ ਕਰ ਦਿੱਤੇ, ਆਪਣੀਆਂ ਅੰਬੈਸੀਆਂ ਜਿਹੜੀਆਂ ਹਨ ਉੱਥੇ ਸੋਗ ਮਤੇ ਕੀਤੇ ਗਏ ਨੇ, ਹਰ ਥਾਂ 'ਤੇ ਇਸ ਤਰ੍ਹਾਂ ਦਾ ਕੀਤਾ। ਪਰ ਕੀ ਆਪਣਾ ਦੇਸ਼ ਸਾਂਭਿਆ ਜਾ ਰਿਹਾ ਉਹਨਾਂ ਤੋਂ? ਕੀ ਇਹ ਕੰਟਰੋਲ ਹੋ ਰਿਹਾ? ਕਿ ਰਾਜਨੀਤਿਕ ਤੌਰ 'ਤੇ ਆਪਣੇ ਹਿੱਤਾਂ ਦੀ ਪ੍ਰਸਤੀ ਦੇ ਲਈ ਜਿਵੇਂ ਜਿਵੇਂ ਇਹ ਫੰਡਿੰਗ ਦੀ ਗੱਲ ਹੈ, ਚੰਦੇ ਲੈਣ ਦੀ ਗੱਲ ਹੈ, ਜਾਂ ਜਿਹੜੀ ਗਨ ਕਲਚਰ ਦੀ ਗੱਲ ਹੈ, ਜਿਸ ਕਿਸਮ ਦਾ ਮਾਹੌਲ ਹੈ ਉਸ ਦੇ ਵਿੱਚ ਉਹ ਕਾਬੂ ਕਰ ਰਹੇ ਨੇ ਜਾਂ ਕਰ ਸਕੇ ਨੇ? ਨਹੀਂ, ਇਸ ਦੇ ਵਿੱਚ ਬਿਲਕੁਲ ਅਸਫਲ ਹੋ ਰਹੀ ਹੈ ਹਕੂਮਤ। ਕਿੱਥੇ ਕਿੱਥੇ ਕਿਹੜੇ ਸਕੂਲ ਦੇ ਵਿੱਚ, ਐਲੀਮੈਂਟਰੀ ਜਾਂ ਵੱਡੇ ਸਕੂਲਾਂ ਦੇ ਵਿੱਚ ਜਾਂ ਪਬਲਿਕ ਪਲੇਸਿਸ 'ਤੇ ਇਹ ਸਾਰਾ ਕੁਝ ਹੋ ਸਕਦਾ, ਕਿਤੇ ਵੀ ਹੋ ਸਕਦਾ। ਸੋ ਹਰ ਕਿਸੇ ਦੀ ਜਾਨ ਜਿਹੜੀ ਅਸੁਰੱਖਿਅਤ ਹੈ ਇਹੋ ਜਿਹੇ ਮੁਲਕ ਦੇ ਵਿੱਚ, ਅਮਰੀਕਾ, ਜਿੱਥੇ ਅਸੀਂ ਕਹਿੰਦੇ ਹਾਂ ਕਿ ਦੁਨੀਆ ਦਾ ਅਤ ਵਿਕਸਿਤ ਦੇਸ਼ ਹੈ। ਸੋ ਇਹ ਪਰਿਭਾਸ਼ਾ ਦਿੱਤੀ ਜਾਂਦੀ ਹੈ। ਇੱਕ ਪਾਸੇ ਕੌਮਾਂਤਰੀ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਨੇ, ਇਹੋ ਜਿਹੇ ਲੀਡਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਆਪਣੇ ਵਿਰੋਧੀ ਦੇਸ਼ਾਂ ਨੂੰ ਸਬਕ ਸਿਖਾਉਣ ਲਈ ਕਿ ਫਲਾਂ ਦੇਸ਼ ਦੇ ਉੱਪਰ ਜੇਕਰ ਤੂੰ ਕੁਝ ਵੀ ਕੀਤਾ ਤਾਂ ਅਸੀਂ ਇਸ ਤਰ੍ਹਾਂ ਕਰਾਂਗੇ। ਉਹ ਗੁੱਟਬੰਦੀ ਜਿਹੜੀ ਚੱਲ ਰਹੀ ਹੈ, ਪਰ ਆਪਣੇ ਦੇਸ਼ ਦਾ ਜੋ ਹਾਲ ਹੈ ਉਹ ਜਿਹੜਾ ਸਾਂਭਿਆ ਨਹੀਂ ਜਾਂਦਾ। ਬਾਹਰ ਜਾ ਕੇ ਅਸੀਂ ਮੱਤਾ ਦਿੰਦੇ ਹਾਂ, ਇਹ ਚਾਹੇ ਅਮਰੀਕਾ ਹੈ ਜਾਂ ਦੁਨੀਆ ਨੂੰ ਆਪਣੇ ਆਪ ਨੂੰ ਬਹੁਤ ਵੱਡਾ ਲੋਕਤੰਤਰ ਖਵਾਉਣ ਵਾਲੇ ਇੰਡੀਆ ਦੀ ਗੱਲ ਕਹਿ ਲਈਏ, ਜਿੱਥੇ ਕਿ ਜਿਸ ਤਰ੍ਹਾਂ ਦੇ ਮਾਹੌਲ, ਦਲਿਤ ਘੱਟ ਗਿਣਤੀਆਂ ਦੇ ਹਾਲਾਤ ਨੇ, ਜਾਂ ਫਿਰ ਇਸ ਤੋਂ ਇਲਾਵਾ ਹੋਰ ਮੁਲਕਾਂ ਦੀ ਗੱਲ ਕਰ ਲਈਏ। ਪਰ ਅਫਸੋਸ ਇਸ ਗੱਲ ਦਾ ਹੈ ਕਿ ਦੇਸ਼ ਦੇ ਅੰਦਰ ਇੱਕ ਨਹੀਂ ਅਨੇਕਾਂ ਹੀ ਘਟਨਾਵਾਂ, ਇੱਕ ਵਾਰ ਨਹੀਂ ਵਾਰ-ਵਾਰ ਇਹੋ ਜਿਹਾ ਕੁਝ ਵਾਪਰ ਰਿਹਾ, ਕੋਈ ਹਫ਼ਤਾ ਆਲਾ ਨਹੀਂ ਜਾਂਦਾ ਜਿਸ ਤਰ੍ਹਾਂ ਇਹ ਹੋ ਰਿਹਾ। ਸੋ ਮੈਂ ਦੇਖ ਰਿਹਾ ਸੀ ਕੌਮਾਂਤਰੀ ਕਾਨਫਰੰਸ ਦੇ ਵਿੱਚ ਦੁਨੀਆ ਦੇ ਲੰਬੜਦਾਰ ਅਮਰੀਕਾ ਦੇ ਵੱਲੋਂ ਮੱਤਾਂ ਬਹੁਤ ਦਿੱਤੀਆਂ ਜਾ ਰਹੀਆਂ ਨੇ, ਪਰ ਆਹ ਸਾਰਾ ਕੁਝ ਜਿਸ ਤਰੀਕੇ ਨਾਲ ਲਗਾਤਾਰ ਵੱਧ ਰਿਹਾ, ਇਹ ਆਪਣੇ ਆਪ ਦੇ ਵਿੱਚ ਸਾਰੇ ਸਵਾਲ ਖੜੇ ਕਰਦਾ ਕਿ ਬਿਲਕੁਲ ਨਾਕਾਮਯਾਬੀ ਦਾ ਇੱਕ ਪ੍ਰਤੀਕ ਹੈ। ਦੇਖੋ ਜੀ, ਇਸ ਸਮੇਂ ਡੈਮੋਕ੍ਰੇਟਾਂ ਦੀ ਸਰਕਾਰ ਹੈ ਜੀ, ਪਹਿਲਾਂ ਰਿਪਬਲਿਕਨ ਪਾਵਰ 'ਚ ਸੀਗੇ ਜੀ, ਪਰ ਉਸ ਦੇ ਬਾਅਦ ਵੀ ਕੋਈ ਫਰਕ ਨਹੀਂ ਪਿਆ। ਚਾਹੇ ਡੈਮੋਕ੍ਰੇਟ ਆ ਗਏ, ਰਿਪਬਲਿਕਨ ਆ ਗਏ, ਡੈਮੋਕ੍ਰੇਟਾਂ ਬਾਰੇ ਕਿਹਾ ਜਾਂਦਾ ਅੱਗੇ ਵਧੂ ਨੇ, ਉਹਨਾਂ ਦੇ ਆਉਣ ਦੇ ਨਾਲ ਵੀ ਕੋਈ ਫਰਕ ਨਹੀਂ ਪੈ ਚੱਲਿਆ। ਕਿਉਂਕਿ ਇਹ ਜਿਹੜਾ ਸੱਭਿਆਚਾਰ ਬੰਦੂਕ ਦਾ ਅਮਰੀਕਾ ਦੇ ਇੱਕ ਸਿਸਟਮ ਦਾ ਹਿੱਸਾ ਬਣ ਚੁੱਕਿਆ ਜੀ। ਉੱਥੋਂ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਲੋਕਾਂ ਨੂੰ ਕਿ ਤੁਸੀਂ ਆਪਣੀ ਰਾਖੀ ਆਪ ਕਰ ਸਕਦੇ ਹੋ। ਉਸੇ ਆਧਾਰ 'ਤੇ ਲੋਕ ਉੱਥੇ ਕਹਿੰਦੇ ਨੇ ਕਿ ਬੰਦੂਕ ਰੱਖਣਾ ਸਾਡਾ ਹੱਕ ਆ। ਇੱਥੋਂ ਤੱਕ ਕਿ ਜਿਹੜੇ ਉੱਥੇ ਡੈਮੋਕ੍ਰੇਟ ਕਹਾਉਂਦੇ ਨੇ, ਥੋੜ੍ਹੇ ਜਿਹੇ ਅੱਗੇ ਵਧੂ ਕਹਾਉਂਦੇ ਨੇ, ਉਹ ਵੀ ਇਸ ਗੱਲ ਦੇ ਉੱਤੇ ਛੇਤੀ ਆਉਣ ਲਈ ਤਿਆਰ ਨਹੀਂ ਕਿ ਇਹ ਸੰਵਿਧਾਨ ਦੇ ਵਿੱਚ ਇਹ ਮੱਦ ਕੱਢੀ ਜਾਵੇ ਜਾਂ ਇਸ ਵਿੱਚ ਸੋਧ ਕੀਤੀ ਜਾਵੇ। ਕਿਉਂਕਿ ਉਹਨੂੰ ਲੱਗਦਾ ਕਿ ਜੇ ਆਪਾਂ ਕਰਾਂਗੇ ਤਾਂ ਜਿਹੜੀ ਇੱਕ ਵੱਡੀ ਲੌਬੀ ਹੈ, ਰਾਈਫਲ ਲੌਬੀ ਐਸੋਸੀਏਸ਼ਨ,
ਉਹ ਸਾਡੇ ਖਿਲਾਫ ਹੋਏਗੀ। ਮੁਆਸ਼ਰੇ 'ਚ ਇਹੋ ਜਿਹੇ ਲੋਕ ਬੈਠੇ ਜਿਹੜੇ ਇਸ ਨੂੰ ਆਪਣਾ ਜੱਦੀ ਹੱਕ ਸਮਝਦੇ, ਉਹ ਸਾਡੇ ਖਿਲਾਫ ਹੋਣਗੇ, ਕਿਉਂਕਿ ਇਹ ਸਾਡਾ ਇੱਕ ਫੰਡਾਮੈਂਟਲ ਰਾਈਟ ਬਣ ਕੇ ਮੁੱਦਾ ਬਣ ਗਿਆ। ਇਸ ਕਿਸਮ ਦਾ ਮਤਲਬ ਮਾਹੌਲ ਹੈ। ਉੱਥੇ ਇਹ ਡਿਬੇਟ ਕਰਨੀ ਵੀ ਬਹੁਤ ਔਖੀ ਹੋ ਗਈ ਕਿ ਇਸ ਨੂੰ ਮੱਦ ਨੂੰ ਹਟਾਓ ਔਰ ਬੰਦੂਕਾਂ ਦੀ ਉਪਲਬਧਤਾ ਨੂੰ ਰੋਕੋ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਚਾਹੇ ਡੈਮੋਕ੍ਰੈਟ ਚਾਹੇ ਰਿਪਬਲਿਕਨ ਕਿਉਂ ਨਹੀਂ ਨੱਥ ਪਾ ਰਹੇ। ਕਲਿੰਟਨ ਨੇ ਤਾਂ ਆਪਣੀ ਕਿਤਾਬ 'ਚ ਸਪਸ਼ਟ ਬੰਨਿਆ ਕਿ ਐਸੋਸੀਏਸ਼ਨ ਬਹੁਤ ਸਟਰੋਂਗ ਹੈ। ਹੁਣ ਐਸੋਸੀਏਸ਼ਨ ਤੋਂ ਚੰਦੇ ਜੇ ਲੈਣੇ ਹੋਣ ਤਾਂ ਫਿਰ ਤੁਹਾਡੇ 'ਚ ਸਿਆਸੀ ਇੱਛਾ ਕਿਵੇਂ ਹੋਏਗੀ ਕਿ ਤੁਸੀਂ ਇਸ ਕਿਸਮ ਦੇ ਰੁਝਾਨ ਨੂੰ ਰੋਕੋ। ਸੋ ਇਹ ਵੱਡੀ ਮਤਲਬ ਸਮੱਸਿਆ ਦੀ ਜੜ ਆ। ਇਸ ਤੋਂ ਇਲਾਵਾ ਅਸੀਂ ਇਹ ਵੀ ਵੇਖੀਏ ਕਿ ਜਿਹੜੇ ਹੋਰ ਵੀ ਕਾਰਨ ਨੇ ਜਿਹੜੇ ਖਿੱਚਦੇ ਨੇ ਸਾਰੀ ਚੀਜ਼ ਨੂੰ, ਉਹ ਕਿਹੜੇ ਨੇ? ਜਿਹੜਾ ਦਿਨੋਂ ਦਿਨ ਅਪਰਾਧ ਦਾ ਵੱਧ ਜਾਣਾ ਉੱਥੇ। ਹਾਲਾਂਕਿ ਅਮਰੀਕਾ 'ਚ ਕਾਨੂੰਨ ਬੜੇ ਸਖਤ ਨੇ, ਜੇਲ੍ਹਾਂ 'ਚ ਲੋਕਾਂ ਨੂੰ ਸਾੜਿਆ ਜਾ ਰਿਹਾ, ਬਾਵਜੂਦ ਉਸਦੇ ਮਸਲਾ ਹੱਲ ਨਹੀਂ ਹੋ ਰਿਹਾ। ਸੋ ਜਿਹੜੇ ਵੀ ਸੱਭਿਆਚਾਰਕ ਜਾਂ ਸਮਾਜਿਕ ਕਾਰਨ ਨੇ ਉਹ ਲੱਭ ਕੇ ਦੂਰ ਕਰਨੇ ਪੈਣਗੇ। ਲੰਬੇ ਸਮੇਂ ਲਈ ਤਾਂ ਇਹੀ ਕੋਈ ਹੱਲ ਕੱਢਣਾ ਪਊਗਾ। ਪਰ ਫਿਲਹਾਲ ਇੱਕ ਹਿੱਸਾ ਜ਼ਰੂਰ ਹੈ ਅਮਰੀਕਾ ਵਿੱਚ ਜਿਹੜਾ ਮਹਿਸੂਸ ਕਰਦਾ ਕਿ ਸਾਨੂੰ ਬੰਦੂਕ ਦੇ ਸੱਭਿਆਚਾਰ ਤੋਂ ਨਿਜਾਤ ਪਾਉਣੀ ਚਾਹੀਦੀ, ਪਰ ਉਹਨਾਂ ਦੀ ਤਾਕਤ ਬੜੀ ਸੀਮਤ ਆ, ਉਹਨਾਂ ਦੀ ਪੇਸ਼ ਨਹੀਂ ਚੱਲ ਰਹੀ ਉੱਥੇ। ਔਰ ਮੁੱਖ ਤੌਰ 'ਤੇ ਜਿਹੜਾ ਬੰਦੂਕਾਂ ਦੀ ਲੌਬੀ ਇੰਨੀ ਭਾਰੂ ਹੈ ਕਿ ਜਿਵੇਂ ਉਹ ਗੱਫੇ ਦਿੰਦੀ ਹੈ ਪਾਰਟੀਆਂ ਨੂੰ, ਤਾਂ ਉਸ ਕਰਕੇ ਪਾਰਟੀਆਂ 'ਚ ਉਹ ਇੱਛਾ ਹੈ ਨਹੀਂ ਤਾਂ ਫਿਰ ਕੋਈ ਨਾ ਕੋਈ ਤਾਂ ਖੜਾ ਹੋ ਕੇ ਕਵੇ ਕਿ ਇਸ ਨੂੰ ਬੰਦ ਕੀਤਾ ਜਾਵੇ। ਸੋ ਮਸਲੇ ਦੀ ਜੜ ਤਾਂ ਇਹੋ ਹੀ ਆ। ਕਿੰਨੀਆਂ ਫਿਲਮਾਂ ਬਣ ਚੁੱਕੀਆਂ, ਕੋਈ ਸਾਲ ਵਿਰਲਾ ਨਿਕਲਦਾ ਹੋਊਗਾ ਜਦੋਂ ਇਹੋ ਜਿਹਾ ਕੋਈ ਹੌਲਨਾਕ ਘਰਾਣਾ ਵਾਪਰਦਾ ਹੋਵੇ ਸਕੂਲਾਂ ਦੇ ਵਿੱਚ। ਇਹ ਹੁਣ ਰੂਟੀਨ ਹੀ ਬਣ ਗਿਆ। ਉੱਪਰੋਂ ਸਮੱਸਿਆ ਇਹ ਆ ਗਈ ਨਸਲਵਾਦ ਦੀ। ਜਿਹੜੇ ਗੋਰੇ ਨਸਲਵਾਦੀ ਨੇ ਉਹਨਾਂ ਕੋਲ ਵੀ ਹਥਿਆਰ ਨੇ, ਉਹ ਇਸ ਤੋਂ ਵੀ ਭਿਆਨਕ ਖੂਨੀ ਸਾਕਿਆਂ ਨੂੰ ਸਰਅੰਜਾਮ ਦੇ ਰਹੇ। ਸੋ ਲਗਾਤਾਰ ਹੀ ਮਸਲਾ ਵਿਗੜਦਾ ਜਾ ਰਿਹਾ। ਇਸ ਦੇ ਬਾਰੇ ਅਮਰੀਕਾ ਸਰਕਾਰ ਨੂੰ, ਉੱਥੋਂ ਦੇ ਪ੍ਰਸ਼ਾਸਨ ਨੂੰ, ਉੱਥੋਂ ਦੇ ਆਗੂਆਂ ਨੂੰ ਸਵੈ ਪੜਚੋਲ ਕਰਨੀ ਪਊਗੀ। ਇਹ ਗੱਲ ਜਦੋਂ ਅਸੀਂ ਇਹ ਸਾਰੀ ਘਟਨਾ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਮਾਪੇ ਵਿਰਲਾਪ ਕਰ ਰਹੇ ਨੇ, ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੇ ਜੋ ਵੀਡੀਓ ਜਿਉਂ ਸਾਹਮਣੇ ਆ ਰਹੇ ਨੇ, ਉਸ ਦੇ ਵਿੱਚ ਇਹ ਨਜ਼ਰ ਆ ਰਿਹਾ ਕਿਵੇਂ 7-9 ਸਾਲ ਦੇ 10 ਸਾਲ ਤੱਕ ਦੇ ਬੱਚੇ ਜਿਹੜੇ ਆ, ਜਿਨ੍ਹਾਂ ਦੇ ਵਿੱਚੋਂ ਲੜਕੇ ਲੜਕੀਆਂ ਜਿਹੜੇ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਸਨ, ਉਹ ਸਾਰੇ ਦੇ ਸਾਰੇ ਜਿਹੜੇ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਅਧਿਆਪਕ ਵੀ ਜਿਸ ਤਰ੍ਹਾਂ ਮਾਰ ਦਿੱਤੇ ਗਏ। ਜੋ ਇਹ ਸਾਰਾ ਦ੍ਰਿਸ਼ ਜਾਂ ਜਿਸ ਤਰ੍ਹਾਂ ਦੀ ਇਹ ਜਾਣਕਾਰੀ ਹੈ, ਇਸ ਨੂੰ ਬਿਆਨ ਕਰਨਾ ਵੀ ਬੜਾ ਕਠਿਨ ਹੈ। ਮੀਡੀਆ ਵਿੱਚ ਜਿਵੇਂ ਰਿਪੋਰਟਾਂ ਸ਼ੁਰੂ ਹੋਈਆਂ ਕੱਲ੍ਹ ਤੋਂ, ਲਗਾਤਾਰ ਉਸ ਦੇ ਵਿੱਚ ਵਿਸਤਾਰ ਆਉਂਦਾ ਗਿਆ। ਪਹਿਲਾਂ ਗਿਣਤੀ 14 ਸੀ, ਫਿਰ 18, ਫਿਰ 19, ਟੋਟਲ 21 ਗਿਣਤੀ ਪਹੁੰਚੀ। ਅਤੇ ਜਿਸ ਤਰੀਕੇ ਨਾਲ ਇਹ ਹੁਣ ਵੀ ਲੋਕਾਂ ਦੇ ਅੰਦਰ ਇੱਕ ਇਹੋ ਜਿਹਾ ਸਹਿਮ ਬਣਿਆ ਹੋਇਆ, ਇਹੋ ਜਿਹੇ ਮਾਹੌਲ ਦੇ ਵਿੱਚ ਕਿਹੜਾ ਆਪਣੇ ਬੱਚਿਆਂ ਨੂੰ ਅਮਰੀਕਾ ਦੇ ਵਿੱਚ ਸਕੂਲਾਂ 'ਚ ਭੇਜੇਗਾ? ਟੈਕਸਸ ਲਾ ਲਓ, ਬਾਰਡਰ ਦਾ ਇਹ ਜਿਹੜਾ ਸੂਬਾ ਹੈ, ਜਾਂ ਉਹ ਸਟੇਟਸ ਕੋਈ ਹੋਰ ਲਾ ਲਓ, ਕਿਤੇ ਵੀ ਇਹੋ ਜਿਹੀਆਂ ਘਟਨਾਵਾਂ ਕਦੋਂ ਵੀ ਵਾਪਰ ਸਕਦੀਆਂ। ਇਸ ਦੇ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ ਆ ਕਿ ਕਿਹੜੇ ਭਾਈਚਾਰੇ ਨੂੰ ਕਦੋਂ ਨਿਸ਼ਾਨਾ ਬਣਾ ਲਿਆ ਜਾਵੇ, ਕਿਉਂਕਿ ਦੋਹਰਾ ਜਿਹੜਾ ਹੈ ਖਤਰਾ, ਇੱਕ ਤਾਂ ਸਿਰਫ ਇਹ ਲੋਕਾਂ ਦਾ ਜਿਹੜਾ ਖੁੱਲ੍ਹੇ ਤੌਰ 'ਤੇ ਹਥਿਆਰ ਇਸ ਤਰ੍ਹਾਂ ਦੇ ਅਤਿਆਧੁਨਿਕ ਹਥਿਆਰ ਨੇ, ਦੂਸਰਾ ਇਹ ਹੈ ਨਸਲਵਾਦ ਦਾ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਉਸ ਦੇਸ਼ ਦੇ ਵਿੱਚ ਜਿਹੜੇ ਰਹਿ ਰਹੇ ਲੋਕ ਨੇ, ਉਹਨਾਂ ਦੇ ਅੰਦਰ ਇੱਕ ਖਾਸ ਕਿਸਮ ਦਾ ਜਿਹੜਾ ਫਿਕਰ ਹੈ, ਚਿੰਤਾ ਹੈ, ਕਿਉਂਕਿ ਹਰ ਕਲਾਸਰੂਮ ਦੇ ਵਿੱਚ, ਹਰ ਇਕੱਠ ਦੇ ਵਿੱਚ, ਹਰ ਥਾਂ 'ਤੇ ਸੁਰੱਖਿਆ ਦਸਤੇ ਤਾਇਨਾਤ ਕਰਨੇ ਅਤੇ ਫਿਰ ਬਚਾਓ ਲਈ ਕਾਰਵਾਈ ਕਰਨੀ। ਜਦ ਤਾਈਂ ਹਮਲਾਵਰ ਕਾਰਵਾਈ ਕਰ ਦੇਵੇ, ਬਾਅਦ ਚਾਹੇ ਉਸ ਨੂੰ ਮਾਰ ਵੀ ਦਿੱਤਾ ਜਾਵੇ। ਉਹਨਾਂ ਬੱਚਿਆਂ ਨੇ ਜਿਹੜੇ 19 ਮਾਰੇ ਗਏ, ਉਹਨਾਂ ਨੇ ਅਜੇ ਫੁੱਲਾਂ ਨੇ ਖਿੜਨਾ ਸੀ, ਉਹਨਾਂ ਕਲੀਆਂ ਨੇ ਅਜੇ ਮਹਿਕਣਾ ਸੀ, ਉਹਨਾਂ ਨੇ ਵੱਡੇ ਹੋ ਕੇ ਕਿੱਥੇ ਕਿੱਥੇ ਪਹੁੰਚਣਾ ਸੀ। ਆਪਣੇ ਘਰਾਂ ਦੇ ਵਿੱਚ, ਆਪਣੇ ਆਲੇ ਦੁਆਲੇ 'ਚ, ਆਪਣੇ ਪਰਿਵਾਰਾਂ 'ਚ ਜੇ ਦੇਖੀਏ 7-9 ਸਾਲ ਦਾ ਬੱਚਾ ਕੀ ਹੁੰਦਾ ਅਤੇ ਕਿਵੇਂ ਕਿਵੇਂ ਉਸ ਦਾ ਭਵਿੱਖ ਹੋਣਾ ਸੀ। ਸੋ ਇਹੋ ਜਿਹੇ ਹੁਣ ਤੱਕ ਸੈਂਕੜੇ ਹੀ ਬੱਚੇ ਮੌਤ ਦੇ ਘਾਟ ਉਤਾਰੇ ਜਾ ਚੁੱਕੇ ਨੇ, ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਕੋਈ ਕਿਸੇ ਕਿਸਮ ਦਾ ਜਿਹੜਾ ਦੋਸ਼ ਨਹੀਂ ਹੈ। ਸਿਰਫ ਉਹ ਸਿਰਫ ਜਾਂ ਹਮਲਾਵਰ ਜਿਹੜੇ ਹੈ, ਜੋ ਮਾਨਸਿਕ ਤਣਾਅ 'ਚ ਲਾ ਲਓ, ਜਾਂ ਕੋਈ ਆਪਣੀ ਬੁਲਿੰਗ ਦੀ ਗੱਲ ਕਰ ਲਓ, ਜਾਂ ਹੋਰ ਹੈ। ਸੋ ਇਹ ਪੜਤਾਲ ਜਿਹੜੀ ਕਰਨੀ ਜ਼ਰੂਰੀ ਹੈ। ਸੋ ਇਸ ਘਟਨਾਕ੍ਰਮ ਨੂੰ ਜੇ ਸਮੁੱਚੇ ਤੌਰ 'ਤੇ ਮੁਲਾਂਕਣ ਕਰਦਿਆਂ ਇਹ ਗੱਲ ਅਸੀਂ ਮਹਿਸੂਸ ਕਰੀਏ ਕਿ ਆਂਢੀ ਗੁਆਂਢੀ ਦੇਸ਼ਾਂ ਦੇ ਵਿੱਚੋਂ ਕੈਨੇਡਾ ਵੀ ਵੱਸਦਾ, ਜਿਹੜਾ ਸੇਕ ਅਮਰੀਕਾ ਦੇ ਵਿੱਚ ਹੈ, ਕੱਲ੍ਹ ਨੂੰ ਕੈਨੇਡਾ 'ਚ ਵੀ ਲੱਗ ਸਕਦਾ। ਅਸੀਂ ਹੋਰ ਅਵੇਅਰ ਹੋਈਏ ਅਤੇ ਚਾਹੇ ਅਮਰੀਕਾ 'ਚ ਚਾਹੇ ਕੈਨੇਡਾ 'ਚ ਮਾਰੇ ਤਾਂ ਇੱਕ ਮਾਸੂਮ ਬੱਚੇ ਗਏ ਨੇ, ਜਿਨ੍ਹਾਂ ਦਾ ਕੋਈ ਦੇਸ਼, ਰੰਗ, ਨਸਲ ਜਾਂ ਫਿਰਕੇ ਵਾਲੀ ਗੱਲ ਹੀ ਵੱਖਰੀ ਹੈ, ਪਰ ਉਹ ਸਿਰਫ ਮਨੁੱਖ ਨੇ, ਇਨਸਾਨ ਨੇ, ਸਰੀਰ ਦੇ ਵਿੱਚ ਜਿਨ੍ਹਾਂ ਦੇ ਜਾਨ ਹੈ ਉਹ ਖਤਮ ਹੋ ਗਈ ਹੈ। ਸੋ ਇਸ ਵਾਸਤੇ ਕੌਮਾਂਤਰੀ ਪੱਧਰ 'ਤੇ ਕੀ ਹੋਣਾ ਚਾਹੀਦਾ? ਕਿਉਂਕਿ ਪਹਿਲੀ ਗੱਲ ਤਾਂ ਅਮਰੀਕਾ ਖੁਦ ਇੱਕ ਐਡਾ ਵੱਡਾ ਦੇਸ਼ ਹੈ, ਆਪਣੇ ਆਪ ਨੂੰ ਲੰਬਰਦਾਰ ਕਹਾਉਂਦਾ ਸਾਰੇ ਸੰਸਾਰ ਦੇ ਵਿੱਚ। ਸੋ ਉਸ ਨੂੰ ਆਪਣੇ ਸਵੈ ਪੜਚੋਲ ਤੇ ਆਪ ਕਰਨੀ ਪਏਗੀ। ਬਾਹਰੀ ਰੂਪ ਦੇ ਵਿੱਚ ਜੋ ਉਸਦਾ ਆਲੋਚਨਾ ਇਸ ਤਰ੍ਹਾਂ ਹੋਏ, ਘੇਰਾਬੰਦੀ ਹੋਵੇ, ਤਾਂ ਕਰਕੇ ਕੁਛ ਬਣੇ। ਪਰ ਅਮਰੀਕਾ ਇੱਕ ਤਕੜਾ ਦੇਸ਼ ਹੈ, ਕਈ ਦੇਸ਼ ਅਗਾਂਹ ਉਸ 'ਤੇ ਨਿਰਭਰ ਨੇ, ਇਸ ਗੱਲ ਦੀ ਆਸ ਕਰਨੀ ਔਖੀ ਹੈ। ਪਰ ਹਾਂ, ਕੈਨੇਡਾ ਵਰਗੇ ਦੇਸ਼ ਕੁਛ ਨਾ ਕੁਛ ਕਰ ਸਕਦੇ। ਕੈਨੇਡਾ ਨੇ ਮਿਸਾਲਾਂ ਕਾਇਮ ਕੀਤੀਆਂ ਜੀ। ਟਰੂਡੋ ਨੇ ਕੁਝ ਬੰਦੂਕਾਂ ਦੀ ਰੋਕਥਾਮ ਦੇ ਲਈ ਕਦਮ ਚੁੱਕੇ ਨੇ, ਜਿਸ ਨੂੰ ਲੈ ਕੇ ਇੱਥੇ ਵੀ ਸੱਜੇ ਪੱਖੀ ਬਹੁਤ ਔਖੇ ਹੋਏ, ਔਰ ਕੈਨੇਡਾ 'ਚ ਕਾਫੀ ਹੱਦ ਤੱਕ ਬਚਿਆ ਵੀ ਹੋਇਆ।
ਪਰ ਮਸਲਾ ਸਿਰਫ ਇਹ ਨਹੀਂ ਕਿ ਬੰਦੂਕਾਂ ਦੀ ਰੋਕਥਾਮ ਨਾਲ ਸਾਰਾ ਕੁਝ ਠੀਕ ਹੋਊਗਾ। ਜੇ ਬੰਦੂਕਾਂ ਨਹੀਂ ਹੋਣਗੀਆਂ ਤਾਂ ਫਿਰ ਜਿਨ੍ਹਾਂ ਨੇ ਹਿੰਸਾ ਕਰਨੀ ਉਹ ਬੇਸਬਾਲ ਬੈਟਰ ਨਾਲ ਵੀ ਕਰ ਸਕਦੇ, ਉਹ ਚਾਕੂ ਨਾਲ ਵੀ ਕਰ ਸਕਦੇ, ਕਿਸੇ ਹੋਰ ਹਥਿਆਰ ਨਾਲ ਕਰ ਸਕਦੇ। ਇੱਕ ਮਸਲਾ ਨਾਲ ਇਹ ਵੀ ਜੁੜਿਆ ਹੋਇਆ ਕਿ ਜਿਹੜੀ ਮਾਨਸਿਕ ਸਿਹਤ ਇੱਕ ਬਹੁਤ ਵੱਡੀ ਸਮੱਸਿਆ ਇਸ ਟਾਈਮ ਬਣੀ ਹੋਈ ਹੈ, ਜਿਹਦੇ ਵਿੱਚੋਂ ਹਿੰਸਾ ਵੀ ਪਨਪਦੀ ਹੈ, ਜਿਹਦੇ ਵਿੱਚੋਂ ਇਸ ਕਿਸਮ ਦਾ ਰੋਹ ਵੀ ਪਨਪਦਾ, ਜਿਹਦਾ ਕੋਈ ਮਤਲਬ ਮੂੰਹ ਸਿਰ ਨਹੀਂ ਗਾ, ਔਰ ਉਹ ਦੂਜਿਆਂ ਲਈ ਨੁਕਸਾਨ ਦਾ ਇੱਕ ਕਾਰਨ ਬਣਦਾ। ਉਸ ਦੇ ਲਈ ਜ਼ਰੂਰੀ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਇਸ ਸਮੇਂ ਕਿਸੇ ਕਿਸਮ ਦੀ ਲੋੜ ਆ, ਹੁਣ ਜਿਵੇਂ ਇਸ ਨੌਜਵਾਨ ਬਾਰੇ ਦੱਸਦੇ ਆ ਕਿ ਵੀ ਸੋਸ਼ਲ ਮੀਡੀਆ ਤੋਂ ਉਸਨੇ ਕੋਈ ਇਹੋ ਜਿਹੀ ਤਾੜਨਾ ਕੀਤੀ, ਹਾਂਜੀ, ਫੌਰੀ ਤੌਰ 'ਤੇ ਕਾਰਵਾਈ ਇਹ ਹੋ ਸਕਦੀ ਸੀ ਕਿ ਉਸ ਨੂੰ ਮਿਲ ਕੇ, ਉਸ ਨੂੰ ਬਿਠਾ ਕੇ ਸਮਝਾਇਆ ਬੁਝਾਇਆ ਜਾਂਦਾ, ਉਸ ਨਾਲ ਗੱਲ ਕੀਤੀ ਜਾਂਦੀ, ਸੰਵਾਦ ਰਚਿਆ ਜਾਂਦਾ। ਸ਼ਾਇਦ ਉਸ ਨੂੰ ਕਿਸੇ ਕਿਸਮ ਦੇ ਇਲਾਜ ਦੀ ਲੋੜ ਸੀ, ਸ਼ਾਇਦ ਉਸਦਾ ਇਲਾਜ ਹੋ ਸਕਦਾ ਜਾਂ ਕਾਉਂਸਲਿੰਗ ਹੋ ਸਕਦੀ। ਸੋ ਇਹ ਬਹੁਤ ਸਾਰੇ ਤਰੀਕੇ ਨੇ ਕਿ ਤੁਹਾਨੂੰ ਜੇ ਲੱਛਣ ਨਜ਼ਰ ਆਉਂਦੇ ਹੋਣ ਟੀਚਰਾਂ ਨੂੰ ਜਾਂ ਮੁਆਸ਼ਰੇ ਨੂੰ, ਤਾਂ ਉਸ ਦੀ ਨਿਸ਼ਾਨਦੇਹੀ ਕਰਕੇ ਤੁਰੰਤ ਉਸ ਨੌਜਵਾਨ ਨੂੰ ਮਦਦ ਦਿਓ। ਕਈ ਵਾਰੀ ਇਹ ਨੌਜਵਾਨ ਮਦਦ ਦੇ ਹੱਕਦਾਰ ਹੁੰਦੇ ਆ, ਮਦਦ ਨਹੀਂ ਸਮੇਂ ਸਿਰ ਮਿਲਦੀ, ਫਿਰ ਉਹ ਜ਼ਾਹਿਰਾ ਤੌਰ 'ਤੇ ਰਾਹ ਭਟਕ ਜਾਂਦੇ ਆਪਣਾ, ਉਹਨਾਂ ਦੇ ਹੱਥ 'ਚ ਕੋਈ ਹਥਿਆਰ ਆਊਗਾ, ਉਹ ਇਹੋ ਜਿਹੇ ਕਾਰਾ ਕਰਨਗੇ। ਸੋ ਸਾਨੂੰ ਇਹ ਨਹੀਂ, ਸਾਨੂੰ ਸਿਰਫ ਗੱਲ ਕਰਨੀ ਪੈਣੀ ਕਿ ਬੰਦੂਕਾਂ ਦੀ ਰੋਕਥਾਮ ਦਾ ਮਸਲਾ ਹੱਲ ਹੋਣਾ। ਬੰਦੂਕਾਂ ਦੀ ਤੁਸੀਂ ਬੰਦ ਵੀ ਕਰ ਦੋਗੇ, ਵੱਡਾ ਸਵਾਲ ਹਿੰਸਾ ਦਾ। ਹਿੰਸਾ ਕਿਸੇ ਰੂਪ 'ਚ ਹੋ ਸਕਦੀ, ਕਿਸੇ ਹੋਰ ਹਥਿਆਰ ਨਾਲ ਹੋ ਸਕਦੀ। ਸੋ ਉਹ ਜਿਹੜੀ ਬਿਰਤੀ ਉਸ ਤੋਂ ਰੋਕਣ ਦੀ ਖਾਤਰ ਸਾਨੂੰ ਜਿਹੜੀ ਕਾਉਂਸਲਿੰਗ ਜਾਂ ਸੰਵਾਦ, ਉਸ ਤਰੀਕੇ ਦੇ ਜਿਹੜੇ ਕੋਈ ਤੌਰ ਤਰੀਕੇ ਲੱਭਣੇ ਪੈਣਗੇ। ਸੋ ਅੱਜ ਜਿਵੇਂ ਇਸ ਗੱਲਬਾਤ ਦੇ ਵਿੱਚ ਅਸੀਂ ਪਹਿਲੇ ਹਿੱਸੇ 'ਚ ਇਸ ਗੱਲ ਨੂੰ ਬਕਾਇਦਾ ਤੌਰ 'ਤੇ ਸਾਂਝਾ ਕਰ ਰਹੇ ਹਾਂ ਕਿ ਇਹ ਜਿਹੜੀ ਘਟਨਾ ਅਤ ਨਿੰਦਣਯੋਗ, ਦਰਦਨਾਕ, ਮਨੁੱਖਤਾ ਦੇ ਪ੍ਰਤੀ ਇੱਕ ਕਹਿ ਸਕਦੇ ਹਾਂ ਕਿ ਵਹਿਸ਼ੀਆਨਾ ਕਤਲੇਆਮ ਦੀ ਘਟਨਾ ਹੈ। ਉਸ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਸੀਂ। ਉਹਨਾਂ ਮਾਪਿਆਂ ਨਾਲ ਵੀ ਹਮਦਰਦੀ ਦੇ ਵਿੱਚ ਜਿਹੜੇ ਇਸ 'ਤੇ ਪੀੜਤ ਨੇ, ਉਹ ਸਕੂਲ, ਉਹ ਭਾਈਚਾਰਾ ਜਾਂ ਉਹ ਸਾਰੇ ਲੋਕ। ਅਤੇ ਆਓ ਇਸ ਗੱਲ ਨੂੰ ਜ਼ਰੂਰ ਖਿਆਲ 'ਚ ਰੱਖੀਏ ਕਿ ਜਿਸ ਤਰ੍ਹਾਂ ਅੱਜ ਘੁੱਗ ਵਸਦੇ ਸੰਸਾਰ ਦੇ ਵਿੱਚ ਜਦੋਂ ਇਹੋ ਜਿਹਾ ਕੁਝ ਹੁੰਦਾ ਤਾਂ ਉਹ ਦਿਲ ਵਿਲੁੰਦਰਿਆ ਜਾਂਦਾ ਹੈ। ਦੂਸਰੀ ਗੱਲ, ਅਸੀਂ ਕੈਨੇਡਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਸੰਬੰਧ ਦੇ ਵਿੱਚ ਆ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬੀਤੇ ਦਿਨ ਦੀ ਘਟਨਾ ਹੈ, ਉਸ ਦੇ ਪ੍ਰਸੰਗ 'ਚ ਵੀ ਕੁਝ ਵਿਚਾਰ ਕਰਨਾ ਬੜਾ ਜ਼ਰੂਰੀ ਹੈ। ਬੇਸ਼ੱਕ ਕੋਵਿਡ ਦੇ ਦਿਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਜਿਹੜਾ ਗਰੁੱਪ ਜਾਂ ਉਹ ਭਾਈਚਾਰੇ ਦਾ ਇੱਕ ਮਾਹੌਲ ਬਣਾਇਆ ਗਿਆ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਜਿਹੜਾ ਵੈਕਸੀਨ ਹੈ ਇਹ ਨਹੀਂ ਹੋਣੀ ਚਾਹੀਦੀ, ਜਾਂ ਇਸ ਤਰ੍ਹਾਂ ਦੇ ਟੀਕੇ ਨਹੀਂ ਹੋਣੇ ਚਾਹੀਦੇ। ਇਸ ਨੂੰ ਧਰਮ ਦੇ ਨਾਲ ਜੋੜ ਕੇ ਵੀ ਕਈਆਂ ਨੇ ਪੇਸ਼ ਕੀਤਾ, ਕਈਆਂ ਨੇ ਕੋਈ ਉਦਾਹਰਨਾਂ ਦਿੱਤੀਆਂ, ਕਈਆਂ ਨੇ ਕਿਹਾ ਕਿ ਇਹ ਸਿਰਫ ਫਰਾਡ ਹੈ ਜਾਂ ਹੋਰ ਕਿਸ ਤਰ੍ਹਾਂ। ਪਰ ਦੁਨੀਆ ਦੇ ਬਾਕਾਇਦਾ ਤੌਰ 'ਤੇ ਡਾਕਟਰ ਇਹ ਗੱਲ ਕਲੀਅਰ ਕਰ ਚੁੱਕੇ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਹ ਦੱਸਿਆ ਕਿ ਇਹ ਜੋ ਕੋਵਿਡ ਦਾ ਸੱਚਮੁੱਚ ਦੌਰ ਸੀ ਇਹ ਬੜਾ ਖਤਰਨਾਕ ਸੀ। ਮਿਲੀਅਨ ਤੋਂ ਉੱਪਰ ਜਾਨਾਂ ਦੇ ਜਾਣਾ, ਜਿਸ ਤਰ੍ਹਾਂ ਤਬਾਹੀ ਹੋਣੀ, ਦੁਨੀਆ ਭਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਨਾ, ਉਹ ਖਤਰਨਾਕ ਸੀ। ਕੈਨੇਡਾ ਨੇ ਬੜੇ ਸੁਲਝੇ ਢੰਗ ਨਾਲ ਇਸ ਨੂੰ ਨਿਬੇੜਿਆ। ਇਸ ਗੱਲ ਦੇ ਵਿੱਚ ਅਸੀਂ ਵਧਾਈ ਦਿੰਦੇ ਹਾਂ ਓਵਰਆਲ ਕੈਨੇਡਾ ਦੇ ਜਿਹੜੇ ਹੈਲਥ ਵਰਕਰਸ ਸਨ, ਡਾਕਟਰ ਸਨ, ਨਰਸਾਂ ਸਨ, ਜਿਨ੍ਹਾਂ 'ਚੋਂ ਕਈਆਂ ਦੀਆਂ ਜਾਨਾਂ ਗਈਆਂ। ਈਵਨ ਸਟੇਟ, ਪ੍ਰੋਵਿੰਸ਼ੀਅਲ, ਫੈਡਰਲ ਸਰਕਾਰਾਂ, ਉਹਨਾਂ ਦੇ ਨਾਲ ਅਲੱਗ-ਅਲੱਗ ਜਿਹੜੀਆਂ ਧਿਰਾਂ ਸਨ, ਇਸ ਦੇ ਵਿੱਚ ਬਹੁਤ ਵਧੀਆ ਢੰਗ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਹਾਲਾਂਕਿ ਸ਼ਾਰਟੇਜ ਜਿਹੜੀ ਰਹੀ ਉਹ ਬੜੀ ਖਤਰਨਾਕ ਸੀ। ਜਿੱਥੇ ਇੱਕ ਪਾਸੇ ਸਾਰਾ ਕੰਮ ਹੋ ਰਿਹਾ ਸੀ, ਉੱਥੇ ਇੱਕ ਖਾਸ ਗਰੁੱਪ ਕਹਿ ਰਿਹਾ ਸੀ ਕਿ ਅਸੀਂ ਇਹ ਗੱਲ ਨਹੀਂ ਮੰਨਣੀ। ਉਹਨਾਂ ਨੇ ਲਗਾਤਾਰ ਵਿਰੋਧ ਕੀਤੇ। ਵਿਰੋਧ ਦੇ ਵਿੱਚ ਪ੍ਰਧਾਨ ਮੰਤਰੀ ਜੋ ਕੱਲ੍ਹ ਸਰੀ ਆਏ, ਇਹ ਵਿਰੋਧ ਨੂੰ ਉੱਥੇ ਵੀ ਪੇਸ਼ ਕੀਤਾ ਗਿਆ ਕਿ ਇਹ ਇੱਕ ਵੱਖਰੇ ਕਿਸਮ ਦਾ ਜਿਹੜਾ ਵਿਰੋਧ ਹੈ ਇਸ ਨੂੰ ਪ੍ਰਚਾਰਿਆ ਗਿਆ, ਟਰੱਕ ਲੈ ਕੇ ਖੜੇ ਕਰਕੇ ਕਾਲੇ ਝੰਡਿਆਂ ਦੇ ਨਾਲ। ਇਕੱਲਾ ਇਹ ਵਿਰੋਧ ਨਹੀਂ ਹੋਇਆ, ਉਹਨਾਂ ਦੀ ਗੱਡੀ ਆਉਣ ਨਾ ਦਿੱਤੀ ਗਈ, ਉਹਨਾਂ ਦੇ ਖਿਲਾਫ ਜਿਹੜਾ ਕਾਫੀ ਸਖਤਾਈ ਵਰਤੀ ਗਈ। ਅਤੇ ਜਿਹੜੇ ਲੋਕ ਉਹ ਫੰਡ ਰੇਜ਼ਿੰਗ ਈਵੈਂਟ ਦੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਸਨ, ਉਹਨਾਂ ਦੇ ਪ੍ਰਤੀ ਜੋ ਵਿਹਾਰ ਕੀਤਾ ਗਿਆ ਉਹ ਅਤ ਨਿੰਦਣਯੋਗ ਸੀ। ਲੋਕਾਂ ਨੇ ਆਪਣੀ ਹੱਡਬੀਤੀ ਸੁਣਾਈ। ਉਹਨਾਂ ਨੇ ਦੱਸਿਆ ਕਿ ਕਿਸ ਕਿਸ ਢੰਗ ਦੇ ਨਾਲ ਉਹਨਾਂ 'ਤੇ ਬੋਲ ਕੱਸੇ ਗਏ, ਨਸਲੀ ਸ਼ਬਦ ਬੋਲੇ ਗਏ, ਉਹਨਾਂ ਦੀਆਂ ਦਸਤਾਰਾਂ ਬਾਰੇ, ਉਹਨਾਂ ਦੀ ਪਛਾਣ ਬਾਰੇ ਜਾਂ ਹੋਰ ਹੈ। ਸਪੋਰਟਰ ਦੇ ਵਿੱਚ ਕਈ ਪੰਜਾਬੀ ਵੀ ਸਨ, ਇਹਦੇ ਵਿੱਚ ਦੋ ਰਾਵਾਂ ਨਹੀਂ, ਪਰ ਉਹ ਸਿਆਸੀ ਵਿਰੋਧ ਲੈ ਕੇ ਉਸ ਦੀ ਆੜ ਦੇ ਵਿੱਚ ਇਹ ਸਾਰਾ ਕੁਝ ਕਰ ਰਹੇ ਸਨ। ਪਿੱਛੇ ਜੇ ਇਸ ਗੱਲ ਦਾ ਓਟਵਾ ਦੇ ਵਿੱਚ ਵੀ ਪ੍ਰਭਾਵ ਪਿਆ। ਓਟਵਾ 'ਚ ਕਈਆਂ ਨੇ ਇਹ ਵੀ ਕਿਹਾ ਕਿ ਹੁਣ ਇਹਨਾਂ ਲਈ ਲੰਗਰ ਲਾਓ, ਇਹਨਾਂ ਨੂੰ ਸਹਿਯੋਗ ਦਿਓ, ਇਹ ਇਕੱਠ ਕਰ ਰਹੇ ਨੇ। ਪਰ ਉਹ ਇਹ ਗੱਲ ਭੁੱਲ ਗਏ ਕਿ ਅਸਲ 'ਚ ਜਦੋਂ ਅਸੀਂ ਕੋਵਿਡ ਦੇ ਖਿਆਲ ਦੇ ਵਿੱਚ ਵੈਕਸੀਨੇਸ਼ਨ ਦੇ ਪ੍ਰਸੰਗ 'ਚ ਜਾਂਦੇ ਹਾਂ ਤਾਂ ਸਾਨੂੰ ਇਹ ਦੇਖਣਾ ਪਏਗਾ ਕਿ ਜੇਕਰ ਇੱਕ ਰਿਸਕੀ ਵਿਅਕਤੀ ਜਾਂ ਖਤਰਾ ਜੋਖਮ 'ਚ ਲੈਣ ਵਾਲਾ ਸਾਰਿਆਂ 'ਚ ਆ ਜਾਂਦਾ, ਸਾਰਿਆਂ ਦੀ ਜ਼ਿੰਦਗੀ ਖਤਰੇ 'ਚ ਪਾ ਸਕਦਾ ਹੈ। ਦੂਸਰੀ ਗੱਲ, ਇੱਕ ਖਾਸ ਕਿਸਮ ਦਾ ਫਿਨੋਮੀਨਾ ਦਿਮਾਗ ਦੇ ਵਿੱਚ ਕੁਝ ਇੱਕ ਇਹੋ ਜਿਹੀਆਂ ਧਿਰਾਂ ਦੇ ਅੰਦਰ ਚੱਲਦਾ, ਜੇਕਰ ਉਹਨਾਂ ਦਾ ਪਿਛੋਕੜ ਦੇਖੋ ਜਿਨ੍ਹਾਂ ਨੇ ਇਹ ਵਿਰੋਧ ਸ਼ੁਰੂ ਕੀਤਾ, ਅਤੇ ਉਹ ਇੱਕ ਲਗਾਤਾਰ ਨਸਲਵਾਦੀ ਵਰਤਾਰੇ ਦਾ ਹਿੱਸਾ ਰਹੇ। ਹੁਣ ਬੇਸ਼ੱਕ ਸਾਨੂੰ ਜਾਪਦਾ ਕਿ ਨਹੀਂ ਜੀ ਮੁੱਦਾ ਕੋਈ ਹੋਰ ਹੈ, ਪਰ ਬਰੀਕੀ ਨਾਲ ਵੇਖਣ ਵਾਲੀ ਗੱਲ ਹੈ। ਆਹ ਜਿਹੜੀਆਂ ਨਸਲੀ ਟਿੱਪਣੀਆਂ, ਗਾਲਾਂ ਜਾਂ ਵਿਰੋਧ ਜਾਂ ਜੋ ਵੀ ਕੀਤਾ ਗਿਆ, ਇਹ ਇੱਕ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਨੈਰੇਟਿਵ ਸਿਰਜਦਾ ਕਿ ਅੱਜ
ਅਸੀਂ ਨਸਲਵਾਦ ਕੇਵਲ ਇਸ ਰੂਪ 'ਚ ਨਹੀਂ ਦੇਖਦੇ ਕਿ ਅਮਰੀਕਾ 'ਚ ਜੋ ਕੁਝ ਹੁੰਦਾ ਨਸਲੀ ਘਟਨਾਵਾਂ ਹਮਲੇ, ਕੈਨੇਡਾ ਦੇ ਵਿੱਚ ਵੀ ਉਸ ਤੋਂ ਮੁਕਤ ਨਹੀਂ ਕਿਹਾ ਜਾ ਸਕਦਾ। ਸੋ ਇਹ ਕੱਲ੍ਹ ਦੀ ਘਟਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ, ਪਰ ਇਸ ਨੂੰ ਇਕੱਲੇ ਨਹੀਂ, ਇਸ ਨੂੰ ਇੱਕ ਪੂਰੇ ਪ੍ਰਸੰਗ ਦੇ ਵਿੱਚ, ਇੱਕ ਸਿਸਟਮ ਦੇ ਵਿੱਚ, ਸਿਸਟਮੈਟਿਕ ਜਿਹੜਾ ਰੇਸਿਜ਼ਮ ਹੈ ਉਸ ਦੇ ਵਿੱਚ ਰੱਖ ਕੇ ਦੇਖਿਆ ਜਾਣਾ ਬਣਦਾ ਹੈ। ਸੋ ਅਸੀਂ ਚਾਹਾਂਗੇ ਕਿ ਬਤੌਰ ਪੱਤਰਕਾਰ ਤੁਸੀਂ ਇਹ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਤੱਕਿਆ ਵੀ ਹੈ। ਸੋ ਕੱਲ੍ਹ ਦੀ ਘਟਨਾ ਨੂੰ ਕਿਸ ਸੰਦਰਭ ਦੇ ਵਿੱਚ ਕਿਵੇਂ ਲੈ ਰਹੇ ਹੋ? ਦੇਖੋ, ਜਿਹੜੀ ਕੱਲ੍ਹ ਦੀ ਘਟਨਾ ਸੀ ਬਹੁਤ ਸੀਰੀਅਸ ਘਟਨਾ ਸੀ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਕੁਝ ਮੀਡੀਆ ਕਰਮੀ ਸਾਥੀ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਹਾਸਾ ਮਜ਼ਾਕ ਦਾ ਵਿਸ਼ਾ ਹੋਵੇ ਕਿ ਟਰੂਡੋ ਲੋਕਾਂ ਨੂੰ ਫੇਸ ਨਹੀਂ ਕਰ ਸਕਿਆ, ਟਰੂਡੋ ਭੱਜ ਨਿਕਲਿਆ, ਟਰੂਡੋ ਦਾ ਜਿਹੜਾ ਫੰਡ ਰੇਜ਼ ਕੈਂਸਲ ਹੋ ਗਿਆ, ਜਿਨ੍ਹਾਂ ਨੇ ਫੋਟੋਆਂ ਖਿਚਾਉਣੀ ਸੀ ਉਹਨਾਂ ਦਾ ਕੀ ਬਣੂਗਾ। ਇਹ ਗੱਲਾਂ ਜਿਹੜੀਆਂ ਇੰਨੀਆਂ ਮਤਲਬ ਇੱਦਾਂ ਦੀਆਂ ਨਹੀਂ ਗੀਆਂ ਜਿੱਦਾਂ ਨੂੰ ਪੇਸ਼ ਕੀਤਾ ਜਾ ਰਿਹਾ। ਗੱਲ ਬਹੁਤ ਸੀਰੀਅਸ ਹੈ ਕਿ ਪ੍ਰਧਾਨ ਮੰਤਰੀ ਸਾਡੇ ਮੁਲਕ ਦਾ ਸਰੀ ਆਉਂਦਾ, ਜਿਹੜਾ ਕਿ ਪੰਜਾਬੀ ਦੀ ਸੰਘਣੀ ਵਸੋਂ ਵਾਲਾ ਇਲਾਕਾ, ਘੱਟ ਗਿਣਤੀਆਂ ਉੱਥੇ ਵਸਦੀਆਂ ਹੋਣ, ਦਸਤਾਤਰੇ ਸਿੱਖ ਉੱਥੇ ਰਹਿੰਦੇ ਹੋਣ, ਉੱਥੇ ਇਹੋ ਜਿਹਾ ਹਜੂਮ ਆਵੇ ਔਰ ਉਹ ਪੱਗਾਂ 'ਤੇ ਟਿੱਪਣੀਆਂ ਕਰੇ। ਕਿਉਂਕਿ ਮੇਰੀ 2 ਸਾਇੰਸਦਾਨਾਂ ਨਾਲ ਗੱਲ ਵੀ ਹੋਈ ਜਿਹੜੇ ਉੱਥੇ ਹਾਜ਼ਰ ਸੀਗੇ, ਉਹਨਾਂ ਨੇ ਜੋ ਦੱਸਿਆ ਕਿ ਪੱਗਾਂ ਬਾਰੇ ਟਿੱਪਣੀਆਂ ਕੀਤੀਆਂ ਗਈਆਂ, ਰੈਗ ਹੈਡਸ ਕਿਹਾ ਗਿਆ ਦਸਤਾਰਧਾਰੀਆਂ ਨੂੰ, ਜਿਹੜਾ ਕਿ ਆਪਣੇ ਆਪ ਨੂੰ ਬਹੁਤ ਇੱਕ ਭੱਦਾ ਸ਼ਬਦ ਹੈ ਔਰ ਮਤਲਬ ਨਸਲੀ ਗਾਲ ਹੈ ਇੱਕ ਤਰੀਕੇ ਦੀ। ਸੋ ਇਸ ਤਰੀਕੇ ਦੇ ਬੋਲ ਉਹਨਾਂ ਨੇ ਕੱਸੇ ਉਹਨਾਂ ਲੋਕਾਂ ਵਾਸਤੇ ਜਿਹੜੇ ਉਸ ਫੰਡ ਰੇਜ਼ ਡਿਨਰ ਵਿੱਚ ਜਾ ਰਹੇ ਸੀ ਟਰੂਡੋ ਵਾਸਤੇ। ਔਰ ਉੱਥੇ ਆਪਣਾ ਵਿਰੋਧ ਪ੍ਰਗਟਾਉਣ ਵਾਲੇ ਜਿਹੜੇ ਲੋਕ ਸੀਗੇ ਮੁੱਖ ਤੌਰ 'ਤੇ ਉਹੀ ਨੇ ਜਿਹੜੇ ਫਰੀडम ਕਾਨਵਾਏ ਜਿਹਨਾਂ ਨੇ ਕੱਢਿਆ, ਜਿਹੜੇ ਕੋਵਿਡ-19 ਦੇ ਟੀਕੇ ਲਾਉਣ ਤੋਂ ਇਨਕਾਰੀ ਨੇ, ਉਸ ਨੂੰ ਮਜ਼ਾਕ ਸਮਝਦੇ ਨੇ, ਵਿਗਿਆਨ ਨੂੰ ਟਿੱਚ ਸਮਝਦੇ। ਔਰ ਇਹ ਉਹ ਲੋਕ ਨੇ, ਦੋਗਲੇ ਲੋਕ ਨੇ। ਇੱਕ ਪਾਸੇ ਕਹਿ ਰਹੇ ਨੇ ਕਿ ਸਾਨੂੰ ਫਰੀडम ਦਿਓ ਕਿ ਟੀਕਾ ਲਵਾਉਣਾ ਨਹੀਂ ਲਵਾਉਣਾ, ਦੂਜੇ ਪਾਸੇ ਤੁਸੀਂ ਉਹਨਾਂ ਨੂੰ ਫਰੋਲ ਕੇ ਵੇਖੋ ਤੇ ਇਹ ਉਹ ਲੋਕ ਨੇ ਜਿਹੜੇ ਔਰਤ ਵਿਰੋਧੀ ਨੇ। ਉਹ ਚਾਹੁੰਦੇ ਨੇ ਕਿ ਔਰਤਾਂ ਦੇ ਕੁੱਖ ਵਿੱਚ ਜਿਹੜਾ ਬੱਚਾ ਉਸ ਨੂੰ ਕਿਸੇ ਵੀ ਹਾਲਤ 'ਚ ਗਰਭਪਾਤ ਉਸਦਾ ਨਾ ਕੀਤਾ ਜਾਵੇ। ਮਤਲਬ ਔਰਤ ਤੋਂ ਇਹ ਹੱਕ ਖੋਣਾ ਚਾਹੁੰਦੇ ਨੇ, ਇਹ ਉਹ ਲੋਕ ਨੇ। ਇਸ ਕਿਸਮ ਦੀ ਧੱਕਿਆਂ ਨੂੰ ਅਸੀਂ ਸੋਚ ਵਾਲੇ ਲੋਕ ਮੂਹਰੇ ਹੋਏ ਆ। ਦਲੀਲ ਦਿੱਤੀ ਜਾ ਰਹੀ ਕਿ ਸਾਨੂੰ ਆਜ਼ਾਦੀ ਹੈ, ਟੀਕਾ ਲਵਾਈਏ ਨਾ ਲਵਾਈਏ। ਉਲਟਾ ਟੀਕਾ ਨਾ ਲਵਾ ਕੇ ਦੂਜਿਆਂ ਲਈ ਖਤਰਾ ਪੈਦਾ ਕਰ ਰਹੇ, ਦੂਜਿਆਂ ਲਈ ਬਿਮਾਰੀ ਫੈਲਣ ਦਾ ਇੱਕ ਸਾਧਨ ਬਣ ਰਹੇ ਲੋਕੀ ਆ ਵਾਲੇ। ਇੱਕ ਮਤਲਬ ਵਿਗਿਆਨਿਕ ਤਾਤਾ ਵਾਲਾ ਜਿਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਇਹਨਾਂ ਲੋਕਾਂ ਨੇ ਹੁਣ ਅੱਤ ਚੁੱਕੀ ਹੋਈ ਹੈ। ਪਹਿਲਾਂ ਆਟਵਾ ਜਾ ਕੇ ਘੇਰਾਬੰਦੀ ਕੀਤੀ, ਫਿਰ ਥਾਂ ਤੇ ਔਰ ਪਿੱਛੇ ਜੇ ਟਰੂਡੋ ਉੱਥੇ ਆਏ ਇਲੈਕਸ਼ਨਾਂ ਵੇਲੇ ਵੀ, ਤਾਂ ਗਲੋਬਲ BC ਦੇ ਸਟੂਡੀਓ ਦੇ ਬਾਹਰ ਇੱਕ ਵਿਅਕਤੀ ਨੇ ਉਹਨਾਂ ਦੀ ਵਾਈਫ ਬਾਰੇ ਬਹੁਤ ਬੇਹੂਦੀਆਂ ਗੱਲਾਂ ਕੀਤੀਆਂ, ਉਹਨਾਂ ਦੀ ਪਤਨੀ ਬਾਰੇ। ਮਤਲਬ ਕਹਿਣ ਦਾ ਕਿ ਤੁਸੀਂ ਵੇਖੋ ਕਿ ਹਿੰਦੁਸਤਾਨ 'ਚ ਅਸੀਂ ਹੁੰਦੇ, ਉੱਥੇ ਜਿਹੜੇ ਖਾਸ ਤੌਰ ਜਿਹੜੇ ਕੁਝ ਪੰਜਾਬੀ ਬੇਸਮਝੀ ਵਿੱਚੋਂ ਲਾਈ ਲੱਗ ਬਣ ਕੇ ਨਾਲ ਤੁਰੇ ਫਿਰਦੇ ਉਹਨਾਂ ਦੇ ਆਪਣੇ ਕੋਈ ਏਜੰਡੇ ਹੋਣਗੇ ਟਰੂਡੋ ਦੇ ਖਿਲਾਫ। ਉਹਨਾਂ ਨੂੰ ਪੁੱਛਣ ਵਾਲਾ ਹੋਵੇ, ਜੇ ਤੁਸੀਂ ਹਿੰਦੁਸਤਾਨ 'ਚ ਹੁੰਦੇ, ਤੁਸੀਂ ਕਰਕੇ ਵਿਖਾਉਂਦੇ ਮੋਦੀ ਦੇ ਖਿਲਾਫ, ਕਰਕੇ ਵਿਖਾਉਂਦੇ ਭਗਵੰਤ ਮਾਨ ਦੇ ਖਿਲਾਫ, ਕਰਕੇ ਵਿਖਾਉਂਦੇ ਅਮਰਿੰਦਰ ਦੇ ਖਿਲਾਫ, ਬਾਂਦਰਾਂ ਵਾਂਗੂ ਤੁਹਾਡਾ ਹਾਲ ਕਰਨਾ ਸੀ ਲੰਮਾ ਪਾ ਕੇ ਉਹਨਾਂ ਨੇ। ਇੱਥੇ ਤੁਹਾਨੂੰ ਕੋਈ ਕਹਿਣ ਵਾਲਾ ਕੋਈ ਹੈ ਨਹੀਂਗਾ, ਤਾਂ ਤੁਸੀਂ ਭੂਤਰੇ ਫਿਰਦੇ ਹੋ। ਪ੍ਰਧਾਨ ਮੰਤਰੀ ਦੀ ਬੀਵੀ ਬਾਰੇ ਬੇਹੂਦੀਆਂ ਟਿੱਪਣੀਆਂ, ਇੱਥੇ ਜਾ ਕੇ ਭਾਈਚਾਰੇ ਦੇ ਜਿਹੜੇ ਸਾਡੇ ਘੱਟ ਗਿਣਤੀ ਲੋਕਾਂ ਨੂੰ ਗਾਲੀ ਗਲੋਚ, ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ। ਕਿਉਂਕਿ ਮਸਲਾ ਬਹੁਤ ਹੁਣ ਉਲਝਦਾ ਜਾ ਰਿਹਾ ਦਿਨੋਂ ਦਿਨ। ਔਰ ਬਾਰ-ਬਾਰ ਸਾਡੇ ਸਾਹਮਣੇ ਆ ਰਿਹਾ ਕਿ ਜਿਹੜੇ ਲੋਕ ਇਹ ਰੈਲੀਆਂ ਕੱਢ ਰਹੇ, ਉਹਨਾਂ ਵਿੱਚ ਨਸਲੀ ਅੰਸਰ ਭਾਰੂ ਨੇ, ਉਹਨਾਂ ਦੇ ਤਾਰ ਸੱਜੇ ਪੱਖੀ ਪਾਰਟੀ ਨਾਲ ਜੁੜੇ ਹੋਏ ਨੇ। ਕੋਈ ਇਸ ਵਿੱਚ ਭੁਲੇਖੇ ਵਾਲੀ ਗੱਲ ਹੀ ਹੈ ਨਹੀਂ ਗੀ। ਸੋ ਇਸ ਕਰਕੇ ਆਪਣੇ ਏਜੰਡੇ ਪਾਸੇ ਰੱਖੋ। ਟਰੂਡੋ ਨਾਲ ਤੁਹਾਡੇ ਮਤਭੇਦ ਨੇ, ਉਹਦੇ ਮਤਭੇਦ ਤੁਸੀਂ ਦੂਰ ਕਰਨ ਲਈ ਹੋਰ ਬੜੇ ਤਰੀਕੇ ਹੈ, ਪਰ ਇਹਨਾਂ ਦੇ ਘੜੇਰੇ ਨਾ ਚੜੋ ਜਿਹੜੇ ਲੋਕ ਮੂਹਰੇ ਲੱਗੇ ਹੋਏ ਆ। ਕਿਉਂਕਿ ਇਹਨਾਂ ਦਾ ਏਜੰਡਾ ਕੈਨੇਡਾ ਨੂੰ ਇੱਕ ਸੱਜੇ ਪੱਖੀ ਮੁਲਕ ਬਣਾਉਣ ਦਾ ਏਜੰਡਾ। ਕੈਨੇਡਾ ਦੇ ਵਿੱਚ ਇਹ ਨਹੀਂ ਚਾਹੁੰਦੇ ਕਿ ਘੱਟ ਗਿਣਤੀ ਜਾਂ ਬਾਹਰਲੇ ਲੋਕ ਆ ਕੇ ਵਸਣ। ਇਹ ਸਿਰਫ ਤੁਹਾਨੂੰ ਵਰਤ ਰਹੇ ਆ ਤਾਂ ਜੋ ਇਹਨਾਂ ਦੇ ਬਾਰੇ ਇਹ ਕੋਈ ਕਹਿ ਨਾ ਸਕੇ ਕਿ ਇਹ ਨਸਲਵਾਦੀ ਨੇ। ਇਸ ਕਰਕੇ ਲੋਕਾਂ ਨੂੰ, ਆਪਣੇ ਘੱਟ ਗਿਣਤੀ ਦੇ ਲੋਕਾਂ ਨੂੰ ਨਾਲ ਜੋੜ ਕੇ ਤੇ ਆਪਣਾ ਏਜੰਡਾ ਚਲਾ ਰਹੇ ਆ। ਇਸ ਪਾਸੇ ਵੀ ਤੁਹਾਨੂੰ ਧਿਆਨ ਦੇਣ ਦੀ ਲੋੜ ਆ। ਗੱਲਬਾਤ ਬਹੁਤ ਗੰਭੀਰ ਹੈ, ਖਾਸ ਕਰਕੇ ਜਿਵੇਂ ਜੋ ਇਸ ਇਕੱਠ ਦੇ ਵਿੱਚ ਪ੍ਰੋਟੈਸਟ ਕਰ ਰਹੇ ਲੋਕਾਂ ਨੇ ਜੋ ਲਫ਼ਜ਼ ਬੋਲੇ, ਦਸਤਾਰਾਂ ਬਾਰੇ ਲਫ਼ਜ਼ ਬੋਲੇ, ਜਾਂ ਜਿਸ ਤਰੀਕੇ ਨਾਲ ਉਹਨਾਂ ਦੀ ਨਸਲੀ ਟਿੱਪਣੀਆਂ ਦੀ ਜਿਸ ਤਰ੍ਹਾਂ ਦੀ ਭਰਮਾਰ ਹੋਈ। ਬੀਤੇ ਦਿਨੀ ਇੱਕ ਇੰਗਲੈਂਡ ਦੇ ਵਿੱਚ ਇੱਕ ਨਰਸਿੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਉੱਥੋਂ ਦੇ ਇੱਕ ਦਸਤਾਰਧਾਰੀ ਪ੍ਰੋਫੈਸਰ ਦੀ ਦਸਤਾਰ ਬਾਰੇ ਇੱਕ ਟਿੱਪਣੀ ਕੀਤੀ, ਅਤੇ ਮੈਨੂੰ ਯਾਦ ਹੈ ਕਿ ਕੱਲ੍ਹ ਹੀ ਇਹ ਕਾਰਵਾਈ ਹੋਈ ਕਿ ਉਸ ਨੂੰ ਨੌਕਰੀਆਂ ਵੀ ਹਟਾ ਦਿੱਤਾ ਗਿਆ, ਸਸਪੈਂਡ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਅਸੀਂ ਇਹ ਗੱਲ ਮੰਗ ਕਰਦੇ ਹਾਂ ਆਮ ਕਿ ਦਫ਼ਤਰਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਸਲੀ ਵਰਤਾਰਾ ਹੋਵੇ, ਜਾਂ ਸਾਡੇ ਰੰਗ ਨਸਲ 'ਤੇ ਸਾਡੀ ਪੱਗ ਬਾਰੇ ਕੁਝ ਕਿਹਾ ਜਾਵੇ ਤਾਂ ਉਹਦਾ ਵਿਰੋਧ ਹੋਵੇ। ਪਰ ਆਹ ਜਿਹੜੇ ਸਿਰਫਿਰੇ ਲੋਕ ਨੇ, ਇਹ ਸ਼ਰੇਆਮ ਇਹ ਸਾਰਾ ਕੁਛ ਕਰ ਰਹੇ ਨੇ। ਜਿਹੜੇ ਉਸ ਇਕੱਠ ਦੇ ਵਿੱਚ ਜਾ ਰਹੇ ਸਨ, ਉਹਨਾਂ ਨੂੰ ਘਟੀਆ ਗਾਲਾਂ, ਉਸਦੀਆਂ ਦਸਤਾਰਾਂ ਬਾਰੇ ਬੋਲ ਰਹੇ ਸਨ, ਅਤੇ ਸਾਡੇ ਕਈ ਸਾਥੀ ਉਹ ਕੱਛਾਂ ਵਜਾ ਕੇ ਉਹਨਾਂ ਨੂੰ ਹੌਸਲਾ ਅਫਜ਼ਾਈ ਕਰ ਰਹੇ ਸਨ। ਇਹ ਆਪਣੇ ਆਪ ਦੇ ਵਿੱਚ ਸ਼ਰਮਨਾਕ ਵਰਤਾਰਾ ਹੈ। ਇਹ ਕੇਵਲ ਇਹਨਾਂ ਦੇ ਟਰੂਡੋ ਦੇ ਜੋ ਫੇਰੀ ਦੇ ਦੌਰਾਨ ਹੀ ਨਹੀਂ,
ਪਿੱਛੇ ਜੇ ਜਗਮੀਤ ਸਿੰਘ ਨਾਲ ਕਈ ਵਾਰ ਹੋਇਆ ਤੇ ਉਸ ਦੀ ਦਸਤਾਰ ਨੂੰ ਲੈ ਕੇ ਕਾਰਟੂਨ ਬਣਾਏ ਗਏ, ਕਿਸ ਤਰੀਕੇ ਨਾਲ ਮਜ਼ਾਕ ਉਡਾਇਆ ਗਿਆ, ਜਾਂ ਉਸ ਦੇ ਸਰੂਪ ਨੂੰ ਲੈ ਕੇ, ਜਾਂ ਇੱਥੋਂ ਤੱਕ ਕਿਹਾ ਗਿਆ ਉਹਨੂੰ ਕਿ ਅਸੀਂ ਖੁਸ਼ ਹੋਵਾਂਗੇ ਜੇ ਤੂੰ ਮਰ ਜਾਏਗਾ। ਤੇ ਉਸ ਤੇ ਇਹ ਗੱਲ ਦੇ ਜਿਸ ਤਰੀਕੇ ਨਾਲ ਕਿਲਕਾਰੀਆਂ ਪਾਈਆਂ ਗਈਆਂ, ਅਸੀਂ ਫਿਰ ਇਸ ਗੱਲ ਨੂੰ ਨਾ ਸਮਝੇ ਤਾਂ ਕਿਹਾ ਕਿ ਇਹ ਜੀ ਜਗਮੀਤ ਨੇ ਵੀ ਤਾਂ ਪਿੱਛੇ ਜਿਹੜੇ ਟਰੱਕ ਲੈ ਕੇ ਆਏ ਸੀ ਉਹਨਾਂ ਦਾ ਵਿਰੋਧ ਕੀਤਾ ਸੀ। ਕਾਰਨ ਸਿਰਫ ਸਿਆਸੀ ਵਿਰੋਧ। ਨਾ ਤਾਂ ਸਾਨੂੰ ਇਹ ਹੈ ਕਿ NDP ਦਾ ਜਗਮੀਤ ਸਿੰਘ ਉਸ ਦੇ ਨਾਲ ਪੋਲੀਟੀਕਲ ਕੋਈ ਅਲਾਇੰਸ ਆ, ਨਾ ਲਿਬਰਲ ਪਾਰਟੀ ਦੇ ਟਰੂਡੋ ਦੀ ਗੱਲ ਹੈ, ਕੰਜ਼ਰਵੇਟਿਵ ਹੈ ਜਾਂ ਕੋਈ ਵੀ ਹੈ। ਜਿਹੜਾ ਵੀ ਵਿਅਕਤੀ ਹੈ, ਜਦੋਂ ਉਸ ਦਾ ਏਜੰਡਾ ਜਿਹੜਾ ਹੈ ਖਾਸ ਕਿਸਮ ਦਾ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਨਸਲੀ ਵਿਰੋਧ ਦਾ ਹੁੰਦਾ ਤਾਂ ਉਹ ਨਿੰਦਣਯੋਗ ਹੈ। ਆਹ ਜਿਹੜਾ ਸਾਰਾ ਕੁਝ ਹੋ ਰਿਹਾ, ਇਹ ਇਸ ਤਰ੍ਹਾਂ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਵਾਲਾ ਕੈਨੇਡਾ ਦੇ ਵਿੱਚ। ਤੇ ਜੇ ਇਹ ਸਿਲਸਿਲਾ ਸ਼ੁਰੂ ਹੋ ਗਿਆ, ਫਿਰ ਜਿਹੜੇ ਨਾਲ ਤੁਰੇ ਫਿਰਦੇ ਨੇ ਸਭ ਤੋਂ ਪਹਿਲਾਂ ਉਹੀ ਨਿਸ਼ਾਨੇ ਤੇ ਹੋਣਗੇ ਜਿਹੜੇ ਉਹਨਾਂ ਨੂੰ ਚਾਹਾਂ ਵਰਤਾ ਕੇ ਦਿੰਦੇ ਜਾਂ ਉਹਨਾਂ ਲਈ ਕਹਿੰਦੇ ਆ ਕਿ ਲੰਗਰ ਲੈ ਕੇ ਆਓ। ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਦੌੜਨਾ, ਕਿਉਂਕਿ ਉਹ ਬਰਦਾਸ਼ਤ ਕਰਨਾ ਔਖਾ। ਦੂਜੇ ਤਾਂ ਝੱਲ ਝੁਲ ਜਾਂਦੇ ਆ, ਜਿਹੜੇ ਨਾਲ ਇਹੋ ਜਿਹੇ ਤੇਜ਼ ਤਰਾਰ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਦੌੜਦੇ ਆ। ਸੋ ਇਹ ਗੱਲ ਨੂੰ ਸਮਝੋ ਕਿ ਤੁਹਾਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਣਾ ਤੇ ਉਸ ਦੇ ਨਤੀਜੇ ਕਿੰਨੇ ਖਤਰਨਾਕ ਹੋਣੇ ਆ। ਪਿੱਛੇ ਦੇਖੋ, ਜਿਨ੍ਹਾਂ ਲੋਕਾਂ ਨੇ ਪਿਛਲੇ 50 ਸਾਲਾਂ ਦੇ ਵਿੱਚ ਇਹੋ ਜਿਹੇ ਨਸਲੀ ਮਾਹੌਲ ਨੂੰ ਕੰਟਰੋਲ ਕਰਨ ਲਈ ਕੰਮ ਕੀਤਾ, ਉਹਨਾਂ ਦੀ ਕੀ ਪਹੁੰਚ ਹੈ, ਉਹ ਕੀ ਇਹੋ ਜਿਹੇ ਵਿਸ਼ਿਆਂ ਬਾਰੇ ਸੋਚਦੇ ਨੇ, ਉਹ ਇਹਨਾਂ ਨੂੰ ਰੱਦ ਕਰਦੇ ਨੇ। ਉਹ ਇਸ ਤਰ੍ਹਾਂ ਦੇ ਜਿਹੜਾ ਵਿਰੋਧ ਹੈ ਨਸਲੀ ਤੌਰ 'ਤੇ ਜਿਹੜਾ ਕੀਤਾ ਜਾ ਰਿਹਾ ਉਸ ਨੂੰ ਰੱਦ ਕਰਦੇ ਨੇ। ਉਹ ਇਹੋ ਜਿਹੇ ਲੋਕਾਂ ਦਾ ਸਾਥ ਵੀ ਨਹੀਂ ਦਿੰਦੇ। ਤੇ ਇਸ ਗੱਲ ਦਾ ਅੱਜ ਸਾਨੂੰ ਨਿਰਣਾ ਵੀ ਕਰਨਾ ਪਏਗਾ। ਰਹੀ ਮੀਡੀਆ ਦੀ ਗੱਲ, ਇਹ ਭੂਮਿਕਾ ਜਿਹੜੀ ਹੈ ਉਸ ਵੇਲੇ ਸਿਆਸੀ ਵਿਰੋਧਤਾ ਦੀ ਨਾ ਹੋ ਕੇ ਅਸੂਲਾਂ 'ਤੇ ਖੜਨ ਦੀ ਗੱਲ ਹੈ। ਸਿਧਾਂਤਕ ਤੌਰ 'ਤੇ ਕਿਵੇਂ ਅਸੀਂ ਦੇਖਣਾ। ਹੁਣ ਜਦੋਂ ਇਹ ਈਵੈਂਟ ਕੈਂਸਲ ਹੋ ਗਿਆ, ਪ੍ਰਧਾਨ ਮੰਤਰੀ ਅਟੈਂਡ ਨਹੀਂ ਕਰ ਸਕਿਆ, ਸੋ ਕਈਆਂ ਨੇ ਇਸ ਗੱਲ ਨੂੰ ਆਪਣੀ ਜਿੱਤ ਦੇ ਤੌਰ 'ਤੇ ਪੇਸ਼ ਕੀਤਾ। ਪੋਲੀਟੀਕਲ ਵਿਰੋਧੀਆਂ ਨੇ ਉਸ ਦਾ ਇੱਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਟਰੂਡੋ ਦੀ ਆਪਣੀ ਸ਼ਾਖ ਨੂੰ ਕੋਈ ਨੁਕਸਾਨ ਹੋਇਆ, ਜਾਂ ਜਿਹੜੇ ਵਿਰੋਧੀ ਮੀਡੀਆ ਜਾਂ ਉਹ ਲੋਕ ਜਿਨ੍ਹਾਂ ਨੇ ਇਸ ਨੂੰ ਇੱਕ ਖਾਸ ਕਿਸਮ ਦਾ ਰੰਗਤ ਦੇ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੂੰ ਕੋਈ ਫਾਇਦਾ ਹੋਇਆ? ਓਵਰਆਲ ਇਸ ਦਾ ਜੇ ਨਿਰਣਾ ਕਰੀਏ ਤਾਂ ਕੀ ਨਿਕਲੇਗਾ? ਇਸ ਦੇ ਵਿੱਚੋਂ ਨਿਰਣਾ ਨਿਕਲਦਾ ਕਿ ਫਾਇਦਾ ਤਾਂ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਉੱਥੇ ਖਰੂਦ ਪਾਇਆ ਜਾ ਕੇ, ਉਹਨਾਂ ਨਸਲਵਾਦੀਆਂ ਨੂੰ, ਸੱਜੇ ਪੱਖੀਆਂ ਨੂੰ ਜੀ, ਉਹਨਾਂ ਨੂੰ ਖਾਮ-ਖਾਂ ਹੀਰੋ ਬਣਾਇਆ ਜਾ ਰਿਹਾ। ਤੁਸੀਂ ਵੇਖੋ ਗੁਰਿੰਦਰ ਸਿੰਘ ਜੀ ਕਿ ਵੱਡੇ ਮੀਡੀਆ ਅਦਾਰਿਆਂ ਨੇ ਵੀ ਇਸ ਨੂੰ ਕਵਰੇਜ ਦਿੱਤੀ, ਇਸ ਪੂਰੇ ਮੁੱਦੇ ਨੂੰ। CBC ਨੇ ਵੀ ਇਹ ਖਬਰ ਨਸ਼ਰ ਕੀਤੀ। ਤਕਰੀਬਨ ਹਰ ਮੀਡੀਆ ਆਊਟਲੈਟ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਨਸਲੀ ਤਾਣੇ ਕੱਸੇ ਗਏ। ਬਾਵਜੂਦ ਇਸਦੇ ਸੋਸ਼ਲ ਮੀਡੀਆ 'ਤੇ ਆ ਕੇ ਉਹਨਾਂ ਦੇ ਹਮਾਇਤੀ ਇਹ ਕਹਿ ਰਹੇ ਨੇ ਕਿ ਝੂਠੀ ਖਬਰ ਹੈ, ਇਹ ਫੇਕ ਨਿਊਜ਼ ਹੈ। ਇਹ ਜਿਹੜਾ ਅੱਜ ਕੱਲ੍ਹ ਫੇਕ ਨਿਊਜ਼ ਦੀ ਜਿਹੜੀ ਗੱਲਬਾਤ ਹੈ ਬਹੁਤੀ ਉਸ ਖਿਮੇ ਤੋਂ ਹੀ ਆ ਰਹੀ ਹੈ, ਕਿਉਂਕਿ ਉਹਨਾਂ ਨੂੰ ਹਰ ਗੱਲ ਫੇਕ ਨਜ਼ਰ ਆਉਂਦੀ ਹੈ। ਕੋਵਿਡ-19 ਵੀ ਫੇਕ ਹੈ, ਕੋਵਿਡ-19 ਦਾ ਟੀਕਾਕਰਨ ਮੁਹਿੰਮ ਵੀ ਫੇਕ ਹੈ, ਜੁੜੀਆਂ ਹੋਈਆਂ ਉਸ ਨਾਲ ਖਬਰਾਂ ਸਾਰੀਆਂ ਫੇਕ ਨੇ, ਟਰੂਡੋ ਵੀ ਫੇਕ ਹੈ, ਜਗਮੀਤ ਸਿੰਘ ਵੀ ਫੇਕ ਹੈ। ਅਸਲ 'ਚ ਫੇਕ ਆਪ ਨੇ, ਇਹ ਫੇਕ ਆਪ ਨੇ, ਉਹਨਾਂ ਨੂੰ ਫੇਕ ਦੱਸ ਰਹੇ। ਜਿਹੜੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਨੇ ਮੂਹਰੇ ਹੋ ਕੇ, ਜਿਹੜੇ ਡਾਕਟਰਾਂ ਦੀ ਮਦਦ ਨਾਲ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ, ਜਿਹੜੇ ਵਿਗਿਆਨੀਆਂ ਦੀ ਗੱਲ ਸੁਣ ਰਹੇ, ਜਿਨ੍ਹਾਂ ਦੀ ਗੱਲ ਇਸ ਸਮੇਂ ਸੁਣੀ ਜਾਣੀ ਚਾਹੀਦੀ, ਉਹਨਾਂ ਨੂੰ ਫੇਕ ਦੱਸ ਰਹੇ। ਹੁਣ ਇਹ ਤਾਂ ਨਾ ਸਮਝੀ ਵਾਲੀ ਗੱਲ ਹੈ ਨਾ ਕਿ ਅਸੀਂ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰੀਏ। ਜੇ ਟਰੂਡੋ ਦੀ ਫੇਰੀ ਰੱਦ ਹੋਈ ਹੈ ਜਾਂ ਫੰਡਰੇਜ਼ ਖਟਾਈ 'ਚ ਪੈ ਵੀ ਗਿਆ ਤਾਂ ਠੀਕ ਹੈ, ਪਰ ਤੁਸੀਂ ਇਹ ਤਾਂ ਵੇਖੋ ਕਿ ਕਿਹਨਾਂ ਕਾਰਨਾਂ ਕਰਕੇ ਪਿਆ। ਜੇ ਟਰੂਡੋ ਦੀ ਆਪਣੀ ਨਲਾਇਕੀ ਕਰਕੇ ਇਹ ਫੇਲ ਹੋਇਆ ਹੋਵੇ, ਫਿਰ ਤਾਂ ਅਸੀਂ ਟਰੂਡੋ ਨੂੰ ਸਵਾਲ ਕਰੀਏ, ਟਰੂਡੋ ਨੂੰ ਖਿਚਾਈ ਵੀ ਕਰੀਏ, ਆਲੋਚਨਾ ਵੀ ਕਰੀਏ। ਔਰ ਟਰੂਡੋ ਦੀ ਆਲੋਚਨਾ ਸਾਨੂੰ ਕਰਨੀ ਵੀ ਚਾਹੀਦੀ ਜਿੱਥੇ ਬਣਦੀ ਹੈ, ਕਿ ਟਰੂਡੋ ਕੋਈ ਇਹੋ ਜਿਹਾ ਫਰਿਸ਼ਤਾ ਤਾਂ ਹੈ ਨਹੀਂਗਾ ਕਿ ਉਹ ਹਰ ਵੇਲੇ ਸਹੀ ਹੈ। ਅਨੇਕਾਂ ਉਸਨੇ ਗਲਤੀਆਂ ਕੀਤੀਆਂ ਜਿਸ ਦੇ ਲਈ ਉਸਦੀ ਜਵਾਬਦੇਹੀ ਹੋਏਗੀ। ਇਲੈਕਸ਼ਨਾਂ ਵਿੱਚ ਲੋਕ ਸਵਾਲ ਵੀ ਕਰਨਗੇ। ਪਰ ਸਮੱਸਿਆ ਬਣ ਗਈ ਕਿ ਪਿਛਲੀ ਜਿਹੜੀ ਇਲੈਕਸ਼ਨ ਹੋ ਕੇ ਹਟੀ ਹੈ ਜੀ, ਜਿਸ ਵਿੱਚ ਟਰੂਡੋ ਨੂੰ ਦੁਬਾਰਾ ਭਾਰੀ ਬਹੁਮਤ ਨਹੀਂ ਮਿਲਿਆ, ਪਰ ਜ਼ਾਹਿਰਾ ਤੌਰ 'ਤੇ ਉਹਨਾਂ ਤਾਕਤਾਂ ਨੂੰ ਮੂੰਹ ਦਿਖਾਣੀ ਪਈ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਾ ਸੀ ਕਿ ਟਰੂਡੋ ਨੂੰ ਹਰਾ ਕੇ ਸਰਕਾਰ ਬਣਾਵਾਂਗੇ। ਔਰ ਉਹਨਾਂ ਵੀ ਸੱਜੇ ਪੱਖੀ ਤਾਕਤਾਂ ਮੂਹਰੇ ਸੀਗੀ। PPC ਵਾਲੇ ਜਿਹੜੇ ਆ ਉਹ ਵੀ ਸ਼ਾਲਾਸ਼ੇਰੀ ਦੇ ਰਹੇ ਇਹੋ ਜਿਹੇ ਲੋਕਾਂ ਨੂੰ। ਸੋ ਇਸ ਕਿਸਮ ਦੀ ਜਿਹੜੀ ਸਮੱਸਿਆ, ਜਿਹੜੀ ਵੱਡੀ ਸਮੱਸਿਆ ਕਿ ਕਿਵੇਂ ਨਸਲੀ ਅੰਸਰ ਇਸ ਦੇ ਵਿੱਚ ਭਾਰੂ ਨੇ ਔਰ ਕੀ ਕੰਮ ਕਰ ਰਹੇ, ਏਜੰਡਾ ਕੀ ਉਹਨਾਂ ਦਾ, ਉਹ ਇੱਕ ਵੱਡਾ ਮੁੱਦਾ ਜਿਸ ਵੱਲ ਮੀਡੀਆ ਨੂੰ ਧਿਆਨ ਦੇਣਾ ਚਾਹੀਦਾ। ਕਿਉਂਕਿ ਆਹ ਛੋਟੀਆਂ ਮੋਟੀਆਂ ਗੱਲਾਂ, ਕਿਸੇ ਦਾ ਫੰਡਰੇਜ਼ ਕੈਂਸਲ ਹੋਣਾ ਨਾ ਹੋਣਾ, ਇਹ ਤਾਂ ਕੋਈ ਐਡਾ ਵੱਡਾ ਮੁੱਦਾ ਵੀ ਹੈ ਨਹੀਂਗਾ। ਜੇ ਉਹਦੀ ਨਲਾਇਕੀ ਕਰਕੇ ਹੋਇਆ ਹੁੰਦਾ ਫਿਰ ਤੁਸੀਂ ਜ਼ਾਹਿਰਾ ਤੌਰ 'ਤੇ ਵਿਰੋਧਤਾ ਕਰੋ ਜਾਂ ਉਹਨੂੰ ਸਵਾਲ ਕਰੋ। ਇੱਥੇ ਤਾਂ ਗੱਲ ਇਹ ਹੋਈ ਹੈ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਅਫਸੋਸ ਦੀ ਗੱਲ ਕਿ ਸਰੀ ਵਰਗੀ ਥਾਂ, ਜਿੱਥੇ ਸੰਘਣੀ ਆਬਾਦੀ ਪੰਜਾਬੀਆਂ ਦੀ, ਉੱਥੇ ਇਹ ਕਾਰਾ ਹੋਇਆ। ਸੋਚ ਕੇ ਵੇਖੋ ਕਿ ਜਿੱਥੇ ਸਾਡੇ ਭਾਈਚਾਰੇ ਦੀ ਆਬਾਦੀ ਆਟੇ 'ਚ ਲੂਣ ਜਿੱਡੀ ਹੈ ਨਹੀਂ, ਹੈ ਨਾ, ਜਿੱਥੇ ਮਤਲਬ ਘੱਟ ਗਿਣਤੀਆਂ ਬਹੁਤ ਘੱਟ ਤਾਦਾਦ 'ਚ ਵਸਦੀਆਂ ਨੇ, ਉੱਥੇ ਕੀ ਹਾਲਾਤ ਹੁੰਦੇ ਹੋਣਗੇ। ਉਸ ਦਾ ਤੁਸੀਂ ਸਹਿਜੇ ਅਰਮਾਨ ਲਾ ਲਓ। ਜੇ ਸਰੀ 'ਚ ਐਡੀ ਵੱਡੀ ਗੱਲ ਹੋ ਗਈ। ਅੱਜ ਆ ਪਿਛਲੇ ਹਫ਼ਤੇ ਚਾਈਨਾ ਟਾਊਨ ਦੇ ਵਿੱਚ ਇੱਕ ਏਸ਼ੀਅਨ ਮੂਲ ਦੇ ਬਜ਼ੁਰਗ 'ਤੇ ਹਮਲਾ ਹੋਇਆ, ਨਸਲੀ ਹਮਲਾ ਹੋਇਆ, ਪੁਲਿਸ ਮੰਨਦੀ ਆ। ਚਾਈਨਾ ਟਾਊਨ ਜਿਹੜਾ ਕਿ ਚੀਨੀ ਲੋਕਾਂ ਦਾ ਗਾੜਾ, ਸਰੀ ਜਿਹੜਾ ਕਿ ਪੰਜਾਬੀਆਂ ਦਾ ਗਾੜਾ, ਉੱਥੇ ਆ ਕੇ ਤੁਹਾਡੀ ਦਸਤਾਰ ਨੂੰ ਗਾਲ ਕੱਢ ਜਾਵੇ, ਇਹਦਾ ਮਤਲਬ ਇਹ ਹੋਇਆ ਕਿ ਅਸੀਂ ਮਤਲਬ ਕੁੰਮਕਰੇ ਨਹੀਂ ਸੁੱਤੇ ਹੋਏ।
ਇਹਨਾਂ ਗੱਲਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਰਹੇ ਹਾਂ, ਹਊ ਪਰੇ ਕਰ ਰਹੇ ਹਾਂ, ਤਾਂ ਹੀ ਲੋਕਾਂ ਦੇ ਹੌਸਲੇ ਖੁੱਲ੍ਹੇ। ਇਹਨਾਂ ਗੱਲਾਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਹ ਕੋਈ ਹਾਸਾ ਮਜ਼ਾਕ ਨਹੀਂ ਗਾ ਕਿ ਟਰੂਡੋ ਦਾ ਫੰਡ ਰੇਜ਼ ਕੈਂਸਲ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਟਿਚਰਾਂ ਕਰੋ ਕਿ ਫੋਟੋ ਖਿਚਾਉਣ ਵਾਲਾ ਕੀ ਬਣੂਗਾ, ਫਲਾਣਾ ਟਮਕਾਣਾ। ਇਹ ਬਹੁਤ ਕੱਚੀਆਂ ਗੱਲਾਂ ਨੇ ਵਾਲੀਆਂ। ਵੱਡਾ ਮੁੱਦਾ ਇਹ ਕਿ ਜਿਸ ਤਰੀਕੇ ਨਾਲ ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ, ਉਸ ਗੱਲ ਨੂੰ ਸਮਝੋ। ਉਹ ਬਹੁਤ ਵੱਡੀ ਚੁਣੌਤੀ। ਸਾਡੇ ਬਜ਼ੁਰਗਾਂ ਨੇ ਉਸ ਨਸਲਵਾਦ ਦੇ ਖਿਲਾਫ ਲੜਾਈਆਂ ਲੜ ਕੇ ਸਾਨੂੰ ਇਹ ਹੱਕ ਦਿਵਾਏ ਆ। ਜੀ ਜੀ। ਜਿਹੜਾ ਇੰਨਾ ਅਸੀਂ ਛਾਤੀਆਂ ਹਿੱਕਾਂ ਢਾਹ ਕੇ ਤੁਰੇ ਫਿਰਦੇ ਹਾਂ ਇੱਥੇ। ਸਾਡੇ ਜਿਹੜੇ ਦਸਤਾਰਧਾਰੀ ਅੱਜ ਜਗਮੀਤ ਸਿੰਘ ਜੀ ਕੌਮੀ ਪਾਰਟੀ ਦੇ ਇੱਕ ਲੀਡਰ ਨੇ, ਸੱਜਣ ਸਾਹਿਬ ਪਿੱਛੇ ਰੱਖਿਆ ਮੰਤਰੀ ਰਹਿ ਚੁੱਕੇ ਆ। ਇਹ ਕੁਝ ਐਵੇਂ ਤਾਂ ਹੋਇਆ ਨਹੀਂਗਾ। ਬਜ਼ੁਰਗਾਂ ਨੇ ਘਾੜਨਾ ਘਾਦੀਆਂ ਲੜਾਈਆਂ ਲੜੀਆਂ ਤਾਂ ਹੋਇਆ। ਅੱਜ ਉਹੀ ਚੁਣੌਤੀ ਫਿਰ ਸਾਡੇ ਸਾਹਮਣੇ ਮੂੰਹ ਅੱਡੀ ਖਲੋਤੀ ਹੈ ਤੇ ਅਸੀਂ ਉਸ ਗੱਲ ਨੂੰ ਸਮਝਣ ਤੋਂ ਇਨਕਾਰੀ ਹਾਂ। ਇਹ ਫਿਰ ਸਾਡੀ ਆਪਣੀ ਕਮਜ਼ੋਰੀ ਹੈ। ਕਈ ਵਾਰ ਅਸੀਂ ਖੁਦ ਦੋਗਲੀ ਨੀਤੀ ਦਾ ਸ਼ਿਕਾਰ ਹੋ ਜਾਂਦੇ ਹਾਂ। ਅਮਰੀਕਾ 'ਚ ਬਫਲੋ ਦੇ ਵਿੱਚ ਜੇਕਰ ਕੋਈ ਨਸਲਵਾਦੀ ਕਾਰਾ ਹੁੰਦਾ ਤਾਂ ਉਸ ਦੀ ਰੱਜ ਕੇ ਵਿਰੋਧਤਾ ਕਰਦੇ ਹਾਂ, ਪਰ ਜੇਕਰ ਆਪਣੇ ਮੁਲਕ ਦੇ ਵਿੱਚ ਇਹੋ ਜਿਹੇ ਜਿਹੜੇ ਵੈਕਸੀਨ ਜਾਂ ਕੋਵਿਡ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਇਹ ਇੰਜੈਕਸ਼ਨ ਦੇ ਖਿਲਾਫ ਨੇ ਟੀਕਿਆਂ ਦੇ, ਉਹਨਾਂ ਦੇ ਪ੍ਰਤੀ ਆਪਣੀ ਸੋਚ ਜਿਹੜੀ ਆ ਸਹਿਮਤੀ ਦੀ ਵਰਤ ਕੇ ਨਸਲਵਾਦ ਨੂੰ ਅੱਖੋਂ ਪਰੋਖੇ ਕਰ ਦਿੰਦੇ ਆ। ਕਈ ਇਸ 'ਤੇ ਦਲੀਲ ਵੀ ਇਹ ਦੇਣਗੇ, ਨਹੀਂ ਜੀ ਇਹ ਕੋਈ ਐਸੀ ਗੱਲ ਨਹੀਂ, ਤੁਸੀਂ ਹੁਣ ਦੇਖੋ ਹੁਣ ਕੀ ਕਹਿ ਰਹੇ ਆ। ਕੀ ਗੱਲ ਹੁਣ ਜੋ ਕਹਿ ਰਹੇ ਆ ਉਹਨਾਂ ਦਾ ਪਿਛਲਾ ਇਤਿਹਾਸ ਖਤਮ ਹੋ ਗਿਆ, ਟਰੈਕ ਰੈਕਡ ਖਤਮ ਹੋ ਗਿਆ। ਜਰਾ ਕੁ ਉਹਨਾਂ ਦਾ ਸਰਚ ਕਰ ਲਓ, ਹੁਣ ਵੀ ਕਹਿ ਲਓ ਕਿ ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਨਸਲਵਾਦੀ ਨਹੀਂ ਹੋ, ਹਮੇਸ਼ਾ ਵਾਸਤੇ ਇਸ ਤੋਂ ਤੌਬਾ ਕਰਦੇ ਹੋ। ਕੈਨੇਡਾ ਨੂੰ ਮੰਨਦੇ ਹੋ ਕਿ ਇਮੀਗ੍ਰੈਂਟ ਲੋਕਾਂ ਦਾ ਦੇਸ਼ ਹੈ, ਕੈਨੇਡਾ ਨੂੰ ਮੰਨਦੇ ਹੋ ਕਿ ਰੰਗਦਾਰ ਭਾਈਚਾਰਿਆਂ ਦਾ ਵੀ ਉਹਨਾਂ ਹੱਕ ਹੈ। ਕਹਿ ਕੇ ਦੇਖੋ, ਨਿਤਾਰਾ ਛੇਤੀ ਹੋ ਜਾਏਗਾ। ਨਾਲੋਂ ਨਾਲ ਤੁਹਾਨੂੰ ਉਸ ਦਾ ਉੱਤਰ ਉਦੋਂ ਹੀ ਮਿਲ ਜਾਏਗਾ। ਨਹੀਂ, ਉਹ ਸਿਰਫ ਇੱਕ ਵੱਡਾ ਆਪਣਾ ਏਜੰਡਾ ਲੈ ਕੇ ਉੱਥੇ ਸਿਰਫ ਸਮੇਂ ਦੀ ਚੁੱਪ ਵੱਟ ਕੇ ਖੜ੍ਹੇ ਨੇ। ਪਰ ਆਹ ਜਿਹੜੀਆਂ ਗਾਲਾਂ ਉਹਨਾਂ ਨੇ ਕੱਢੀਆਂ ਜਾਂ ਜੋ ਕਿਹਾ, ਉਹਦੇ 'ਚ ਉਹਨਾਂ ਦੀ ਅੰਦਰਲੀ ਜਿਹੜੀ ਹੈ ਉਹ ਜ਼ਹਿਰ ਬਾਹਰ ਆ ਗਈ। ਅਤੇ ਸਾਨੂੰ ਅੱਖਾਂ ਮੀਚ ਕੇ ਇਸ ਗੱਲ ਨੂੰ ਸਵੀਕਾਰ ਕਰਨਾ ਗਲਤ ਹੋਏਗਾ। ਬਿੱਲੀ ਉਸੇ ਤਰ੍ਹਾਂ ਹਮਲਾਵਰ ਹੈ। ਬਤੌਰ ਕਬੂਤਰ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਬਚ ਜਾਵਾਂਗੇ। ਨਹੀਂ, ਜਦ ਤੱਕ ਤੁਸੀਂ ਉਸ ਨਸਲਵਾਦ ਦੇ ਖਿਲਾਫ ਇਕਮੁੱਠ ਨਹੀਂ ਹੁੰਦੇ। ਅਸੀਂ ਇਹ ਵੀ ਨਾ ਸੋਚੀਏ ਕਿ ਸਾਡੇ ਭਾਈਚਾਰੇ ਦੀ ਗੱਲ ਹੈ, ਇੱਥੇ ਹੋਰ ਬਹੁਤ ਘੱਟ ਗਿਣਤੀਆਂ ਨੇ, ਇੱਥੇ ਇੰਡੀਜਨਸ ਭਾਈਚਾਰੇ ਨੇ। ਗੱਲ ਕਰਕੇ ਦੇਖੋ ਉਹਨਾਂ ਦੇ ਪ੍ਰਤੀ ਇਹਨਾਂ ਲੋਕਾਂ ਦੀ ਕੀ ਪਹੁੰਚ ਹੈ। ਕਿਸੇ ਸਮੇਂ ਇਹ ਗੱਲ ਬਾਰ-ਬਾਰ ਚੱਲਦੀ ਸੀ ਇੱਥੋਂ ਦੇ ਪ੍ਰਧਾਨ ਮੰਤਰੀ ਮੈਕਡੋਨਲਡ ਦੇ ਹਵਾਲੇ ਦੇ ਨਾਲ ਜੋ ਅਸੀਂ ਗੱਲ ਕਰੀਏ, ਜਾਂ ਉਸ ਤੋਂ ਬਾਅਦ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ, ਜਿਸ ਦਾ ਬੀਤੇ ਦਿਨ ਹੀ ਜਿਹੜਾ ਇਤਿਹਾਸਕ ਦਿਵਸ ਮਨਾਇਆ ਗਿਆ। 23 ਮਈ ਨੂੰ ਉਹ ਜਹਾਜ਼ ਆਇਆ। ਉਸ ਵੇਲੇ ਸਾਡੇ ਬਜ਼ੁਰਗਾਂ ਨੇ ਸਟਰਗਲ ਕੀਤੀ। ਇਤਿਹਾਸਕ ਸੱਚ ਹੈ ਕਿ ਉਹਨਾਂ ਨਾਲ ਅੱਤ ਦਾ ਨਸਲਵਾਦ ਹੋਇਆ। ਜਹਾਜ਼ 'ਚੋਂ ਮੁਸਾਫਰਾਂ ਨੂੰ ਉਤਰਨ ਤੱਕ ਨਾ ਦਿੱਤਾ ਗਿਆ। 2 ਮਹੀਨੇ ਪਾਣੀਆਂ ਦੇ ਵਿੱਚ ਕੈਦ ਰੱਖਿਆ ਗਿਆ। ਕੀ ਨਹੀਂ ਵਰਤਾਇਆ? ਉਹ ਇੱਕੋ ਹੀ ਕਿ ਦੇਸ਼ ਜਿਹੜਾ ਚਿੱਟੇ ਰੰਗ ਦੇ ਲੋਕਾਂ ਦਾ ਸੀ। ਅਤੇ ਅੱਜ ਜਿਸ ਤਰ੍ਹਾਂ ਦਾ ਦੌਰ ਚੱਲ ਰਿਹਾ, ਇਸ ਨੂੰ ਫਿਰ ਉਸ ਮਾਹੌਲ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਅਸੀਂ ਕਿਵੇਂ ਉਸ 'ਤੇ ਪ੍ਰਤੀਕਰਮ ਨਾ ਕਰੀਏ ਅਤੇ ਅਸੀਂ ਉਸ ਤੋਂ ਚੁੱਪ ਵੱਟ ਲਈਏ? ਇਹ ਆਪਣੇ ਆਪ ਦੇ ਵਿੱਚ ਵੀ ਗਲਤੀ ਹੈ ਅਤੇ ਆਪਣੇ ਬਜ਼ੁਰਗਾਂ ਨਾਲ ਵੀ ਗੱਦਾਰੀ ਹੈ। ਸੋ ਜਦੋਂ ਅਸੀਂ ਕਾਮਾਗਾਟਾ ਮਾਰੂ ਦੇ ਇਤਿਹਾਸਕ ਦਿਨ 'ਤੇ ਇਕੱਠ ਵੀ ਕਰਦੇ ਹਾਂ, ਅਸੀਂ ਕਿਸੇ ਸਟਰੀਟ ਦਾ ਨਾਂ, ਕਿਸੇ ਜਗ੍ਹਾ ਦੇ ਕਿਸੇ ਇਕੱਠ ਦੇ ਵਿੱਚ ਇਹ ਕਹਿੰਦੇ ਹਾਂ ਕਿ ਅਸੀਂ ਸਿਟੀ ਨੇ ਮਤੇ ਵੀ ਪਾਸ ਕਰ ਲਏ, ਪਰ ਆਹ ਸ਼ਰੇਆਮ ਜੋ ਹੋ ਰਿਹਾ ਪ੍ਰੈਕਟੀਕਲ, ਉੱਥੇ ਅਸੀਂ ਮੂੰਹ ਬੰਦ ਕਰਦੇ ਹਾਂ। ਨਹੀਂ, ਬਿਲਕੁਲ ਇਹ ਗੱਲ ਪੁਆਇੰਟ ਆਊਟ ਕਰਨ ਵਾਲੀ ਹੈ। ਏਸ਼ੀਅਨ ਮੂਲ ਦੇ ਲੋਕਾਂ ਦੇ ਖਿਲਾਫ ਨਸਲਵਾਦ ਕਾਫੀ ਵਧਿਆ, ਖਾਸ ਤੌਰ 'ਤੇ ਕੋਵਿਡ-19 ਤੋਂ ਬਾਅਦ। ਜੀ, ਜਿਹੜੇ ਏਸ਼ੀਅਨ ਮੂਲ ਦੇ ਲੋਕ ਨੇ ਜਾਂ ਜਿਨ੍ਹਾਂ ਦੇ ਨੈਣ ਨਕਸ਼ ਇਹੋ ਜਿਹੇ ਨੇ ਕਿ ਲੱਗਦੇ ਨੇ ਕੋਈ ਚੀਜ਼ ਤੋਂ ਆਏ ਹੋਣਗੇ, ਉਹਨਾਂ ਸਾਰਿਆਂ ਦੇ ਖਿਲਾਫ ਨਸਲਵਾਦ ਆਮ ਤੌਰ 'ਤੇ ਵਧਿਆ, ਔਰ ਚੀਨੀ ਮੂਲ ਦੇ ਲੋਕਾਂ ਦੇ ਖਿਲਾਫ ਖਾਸ ਤੌਰ 'ਤੇ। ਔਰ ਇਸ ਤੋਂ ਇਲਾਵਾ ਜਿਹੜੇ ਇੱਕ ਸਿੱਖ ਸਿਕਿਉਰਿਟੀ ਗਾਰਡ ਉੱਪਰ ਵੀ ਨਸਲੀ ਤਾਣੇ ਕੱਸੇ ਗਏ ਸੀਗੇ, ਜਿਹੜਾ ਕਿ ਕੋਵਿਡ-19 ਦੇ ਕੈਂਪ ਦੇ ਉੱਤੇ ਡਿਊਟੀ ਦੇ ਰਿਹਾ ਸੀ। ਉਸ ਨੂੰ ਵੀ ਕਿਹਾ ਗਿਆ ਤੂੰ ਆਪਣੇ ਦੇਸ਼ ਵਾਪਸ ਚਲੇ ਜਾ। ਸੋ ਜੇ ਤੁਸੀਂ ਇਹਨਾਂ ਗੱਲਾਂ ਦੇ ਬਾਅਦ ਵੀ ਇਸ ਭੁਲੇਖੇ 'ਚ ਬੈਠੇ ਹੋ ਕਿ ਕੋਈ ਇਹਨਾਂ ਦਾ ਸੰਬੰਧ ਨਹੀਂ ਗਾ, ਇਹ ਰੇਸਿਸਟ ਹੈ ਨਹੀਂ ਲੋਕੀ ਜਿਹੜੇ ਆ ਖਰੂਦ ਪਾ ਰਹੇ ਆ, ਤਾਂ ਫਿਰ ਤੁਹਾਡਾ ਬਹੁਤ ਵੱਡਾ ਭੁਲੇਖਾ। ਆਟਵੇ ਦੇ ਵਿੱਚ ਜਿਹੜੇ ਲੋਕ ਉੱਥੇ ਹਾਜ਼ਰ ਸੀਗੇ ਇਹਨਾਂ ਰੈਲੀਆਂ ਦੇ ਵਿੱਚ, ਉਹ ਕਿਸ ਤਰ੍ਹਾਂ ਦੇ ਝੰਡੇ ਚੁੱਕੀ ਫਿਰਦੇ ਸੀਗੇ, ਕਿਸ ਤਰ੍ਹਾਂ ਦੇ ਪਲੈਕਟ ਚੁੱਕੇ ਹੋਏ ਸੀਗੇ। ਇਹ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ ਗੀ। ਫਿਰ ਵੀ ਤੁਹਾਨੂੰ ਭੁਲੇਖਾ ਕਿ ਉਹ ਨਸਲਵਾਦੀ ਹੈ ਨਹੀਂ ਗੇ। ਉਹ ਨਸਲੀ ਅਨਸਰ ਨੇ, ਨਸਲੀ ਅਨਸਰ ਭਾਰੂ ਨੇ ਉਸ ਪੂਰੀ ਮੁਹਿੰਮ ਦੇ ਵਿੱਚ, ਤਹਿਰੀਕ ਦੇ ਵਿੱਚ, ਔਰ ਉਹਨਾਂ ਨੂੰ ਅਮਰੀਕਾ ਤੋਂ ਵੀ ਮਦਦ ਆ ਰਹੀ ਹੈ। ਸੋ ਇਸ ਭੁਲੇਖੇ ਦਾ ਨਹੀਂ ਹੋ ਕਿ ਸਾਰਾ ਕੁਛ ਅਮਰੀਕਾ 'ਚ ਐਗਜ਼ਿਸਟ ਕਰਦਾ, ਇੱਥੇ ਵੀ ਐਗਜ਼ਿਸਟ ਕਰਦਾ। ਵੈਸੇ ਕਾਮਾਗਾਟਾ ਮਾਰੂ ਦੇ ਹਵਾਲੇ ਨਾਲ ਮੈਂ ਇਹ ਗੱਲ ਨੂੰ ਕਹੂੰਗਾ ਕਿ ਕਾਮਾਗਾਟਾ ਮਾਰੂ ਤੋਂ ਪਹਿਲਾਂ ਤੁਸੀਂ ਵੇਖੋ ਕਿ ਜਿਹੜਾ ਚਾਈਨਾ ਟਾਊਨ 'ਤੇ ਹਮਲਾ ਹੋਇਆ 1907 'ਚ, ਏਸ਼ੀਅਨ ਮੂਲ ਦੇ ਲੋਕਾਂ ਦੇ ਖਿਲਾਫ ਰੇਸਿਜ਼ਮ ਹੋਇਆ, ਐਡਾ ਵੱਡਾ ਹਮਲਾ ਹੋਇਆ। ਫਿਰ ਦੱਖਣੀ ਏਸ਼ੀਅਨ ਮੂਲ ਦੇ ਲੋਕਾਂ ਦੇ ਖਿਲਾਫ ਨਮਲੇ ਕੱਸੇ ਗਏ। ਨਸਲਵਾਦ ਦਾ ਇਤਿਹਾਸ ਤਾਂ ਬਹੁਤ ਚਿਰ ਦਾ ਰਿਹਾ ਇੱਥੇ। ਜਿਹੜੇ ਲੋਕ ਗੋਰੇ ਨਸਲ ਦੀ ਉੱਚਤਾ ਉੱਤਮਤਾ ਦੀ ਗੱਲ ਕਰਦੇ ਨੇ, ਉਹਨਾਂ ਨੇ ਇਸ ਦੇਸ਼ 'ਤੇ ਕਬਜ਼ਾ ਕੀਤਾ, ਮੂਲ ਵਾਸੀਆਂ ਨੂੰ ਹਾਸ਼ਾਗ੍ਰਸਤ ਕਰ ਦਿੱਤਾ। ਉਹ ਤਾਂ ਵਾਈਟ ਸੁਪਰਾਮੇਸੀ ਦੀ ਸੋਚ ਨੂੰ ਅਰਪਿਤ ਨੇ ਉਹ ਲੋਕ। ਉਹ ਜਿਹੜੀ ਸੋਚ ਆ ਮਰੀ ਨਹੀਂ ਹੈ, ਅਜੇ ਵੀ ਜਿਉਂਦੀ ਹੈ। ਸੋ ਇਹ ਜੋ ਹੈ ਨਾ ਕੋਵਿਡ-19 ਹੋਇਆ, ਪਿੱਛੇ ਜੇ ਸਾਰਸ ਬਿਮਾਰੀ ਆਈ, ਜਾਂ ਜਿਵੇਂ ਪਰਲ ਹਾਰਬਰ 'ਤੇ ਹਮਲਾ ਹੋਇਆ, ਜਾਪਾਨੀਆਂ ਨੂੰ ਉੱਥੋਂ ਕੱਢ ਕੇ ਇੰਟਰਨਮੈਂਟ ਕੈਂਪਾਂ 'ਚ ਭੇਜਿਆ ਗਿਆ,
ਦਰਅਸਲ ਇਹ ਤਾਂ ਲੱਛਣ ਨੇ ਬਿਮਾਰੀ ਦੇ। ਨਸਲਵਾਦ ਤੋਂ ਪਹਿਲਾਂ ਵੀ ਸੀਗਾ। ਕੋਵਿਡ-19, ਸਾਰਸ ਜਾਂ ਪਰਲ ਹਾਰਬਰ ਇਹ ਤਾਂ ਬਹਾਨੇ ਨੇ, ਜਾਂ 9/11 ਦਾ ਹਮਲਾ ਬਹਾਨਾ ਸੀ। ਨਸਲਵਾਦ ਤੋਂ ਪਹਿਲਾਂ ਐਗਜ਼ਿਸਟ ਕਰਦਾ ਸੀਗਾ। ਸੋ ਉਸ ਬਹਾਨੇ ਸਿਰ ਨਸਲਵਾਦ ਜਿਹੜਾ ਉਸ ਨੂੰ ਰੱਜ ਕੇ ਮਤਲਬ ਕੀਤਾ ਗਿਆ ਔਰ ਨਸਲੀ ਘਟਨਾ ਜਿਹੜੀ ਫੈਲਾਈ ਗਈ। ਸੋ ਇਹ ਸਾਨੂੰ ਸਮਝਣਾ ਜ਼ਰੂਰੀ ਕਿ ਨਸਲਵਾਦ ਮੁੱਕਿਆ ਨਹੀਂਗਾ ਔਰ ਉਸ ਦੇ ਖਿਲਾਫ ਲੜਾਈ ਵੀ ਨਹੀਂ ਮੁੱਕੀ ਔਰ ਇਸੇ ਤਰ੍ਹਾਂ ਉੱਦਾਂ ਹੀ ਜਾਰੀ ਜਿਵੇਂ ਉਦੋਂ ਜਾਰੀ ਸੀ। ਦੇਖੋ, ਇਹ ਕਈ ਵਾਰ ਇਤਿਹਾਸਿਕ ਤੌਰ 'ਤੇ ਵਾਕਿਆ ਜਿਹੜੇ ਆ ਤਰੀਕਾਂ ਦੇ ਨਾਲ ਮੇਲ ਖਾ ਜਾਂਦੇ ਨੇ। ਜੋ 23 ਮਈ ਦਾ ਦਿਨ ਜਿਹੜਾ ਕਾਮਾਗਾਟਾ ਮਾਰੂ ਦੇ ਇਤਿਹਾਸਿਕ ਦੁਖਾਂਤ ਦਾ ਦਿਨ ਹੈ, ਅਤੇ ਉਹਨਾਂ ਦਿਨਾਂ ਦੀ ਉਸ ਸਮੇਂ ਦੀ 108 ਵਰ੍ਹਿਆਂ ਦੀ ਜਿਹੜੀ ਦਾਸਤਾਨ ਹੈ ਉਹ ਅੱਜ ਯਾਦ ਕਰੀਏ। ਜਾਂ 24 ਮਈ ਦਾ ਦਿਨ ਜਿਹੜਾ ਕਿ ਗਦਰ ਲਹਿਰ ਦੇ ਯੋਧੇ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਹੈ, ਜਿਸ ਦਿਨ ਸਰਾਭੇ ਦੀ ਜਿਹੜੀ ਆਮਦ ਸੰਸਾਰ 'ਚ ਹੁੰਦੀ ਹੈ, ਪਰ ਉਸ ਨੇ ਨਸਲਵਾਦ ਅਤੇ ਬਸਤੀਵਾਦ ਦੇ ਦੋਹਾਂ ਦੇ ਖਿਲਾਫ ਲੜਾਈ ਲੜੀ। ਅਮਰੀਕਾ 'ਚ ਰਹਿੰਦਿਆਂ ਹੋਇਆਂ ਫਿਰ ਉਸ ਤੋਂ ਬਾਅਦ ਭਾਰਤ ਦੇ ਵਿੱਚ ਜਾ ਕੇ ਐਨ 24 ਮਈ ਦੇ ਦਿਨ ਨੂੰ ਅਸੀਂ ਜੇ ਸਰੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਜਿਸ ਤਰੀਕੇ ਨਾਲ ਵਿਰੋਧ ਦੇ ਦੌਰਾਨ ਇਹ ਨਸਲਵਾਦ ਦੇ ਇੱਕ ਵਰਤਾਰੇ ਨੂੰ ਦੇਖੀਏ ਤਾਂ ਸਾਡੇ ਸਾਹਮਣੇ ਸਵਾਲ ਆਉਂਦਾ ਹੈ ਕਿ ਇਹਨਾਂ ਦਿਨਾਂ ਦੀ ਇਤਿਹਾਸਿਕ ਤੌਰ 'ਤੇ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਅਤੇ ਵਰਤਮਾਨ ਸਮੇਂ ਜੋ ਹੋ ਰਿਹਾ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਅਸੀਂ 21ਵੀਂ ਸਦੀ ਦੇ ਵਸਿੰਦੇ ਹਾਂ। ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਇਹ ਮੁਲਕ ਉਹ ਨੇ ਜਿੱਥੇ ਅਸੀਂ ਇਹੋ ਜਿਹੇ ਨਸਲਵਾਦ ਲਈ, ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਪਰ ਇੱਥੇ ਅਸੀਂ ਇਹ ਵਿਤਕਰੇ ਨੂੰ ਹੱਲਾਸ਼ੇਰੀ ਦੇਣ ਵਿੱਚ ਵੀ ਬਤੌਰ ਮੀਡੀਆ ਜਾਂ ਨਿੱਜੀ ਤੌਰ 'ਤੇ ਵੀ ਇਸ ਗੱਲ ਦੇ ਲਈ ਹਾਮੀ ਭਰਦੇ ਹਾਂ। ਪਰ ਬਿਲਕੁਲ ਸਹੀ ਹੈ ਕਿ ਜਦੋਂ ਇਹੋ ਜਿਹਾ ਕੁਝ ਆਪਣੀ ਧਰਤੀ 'ਤੇ ਹੁੰਦਾ ਤਾਂ ਅਸੀਂ ਇੱਥੇ ਬੈਠੇ ਵਿਰੋਧ ਵੀ ਕਰਦੇ ਹਾਂ। ਉੱਥੇ ਵਿਰੋਧ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ, ਆਹ ਦੇਖ ਲਓ ਜੋ ਹੋ ਰਿਹਾ ਹੈ। ਗੱਲ ਰੈਲੀ ਪ੍ਰਧਾਨ ਮੰਤਰੀ ਦੇ ਰੋਕਣ ਤੋਂ ਲੈ ਕੇ, ਵਿਰੋਧ ਤੋਂ ਲੈ ਕੇ, ਜੋ ਸਾਰਾ ਕੁਝ ਅਸੀਂ ਉੱਥੇ ਦੇਖਦੇ ਹਾਂ, ਜਿਸ ਤਰੀਕੇ ਨਾਲ ਜੇਲ੍ਹਾਂ 'ਚ ਸੁੱਟੇ ਜਾਂਦੇ ਨੇ, ਜੋ ਤਸ਼ੱਦਦ ਕੀਤਾ ਜਾਂਦਾ, ਜੋ ਜਬਰ ਢਾਇਆ ਜਾਂਦਾ, ਜਾਂ ਜਿਸ ਤਰੀਕੇ ਨਾਲ ਹਾਲਾਤ ਬਣਦੇ ਨੇ, ਉਹ ਦੇਖ ਕੇ ਬੰਦਾ ਸੋਚਦਾ ਕਿ ਕੀ ਮੇਰੀ ਆਵਾਜ਼ ਜਿਹੜੀ ਹੈ ਇਹ ਮਹਿਫੂਜ਼ ਰਹਿ ਸਕਦੀ ਹੈ। ਪਰ ਇਸ ਦੀ ਦੁਰਵਰਤੋਂ ਕਰਨੀ ਇਹ ਕਿੰਨੀ ਖਤਰਨਾਕ ਹੈ। ਕਿਹਾ ਜਾਂਦਾ ਕਿ ਹੱਕ ਤੁਹਾਡੇ ਆਪਣੇ ਬਾਂਹ ਦਾ ਜਿਹੜਾ ਫੈਲਾਓ ਹੈ ਉੱਥੋਂ ਤੱਕ ਹੈ ਜਿੱਥੋਂ ਤੱਕ ਅਗਲੇ ਦਾ ਜਿਹੜਾ ਬਾਂਹ ਦਾ ਦੌਰ ਸ਼ੁਰੂ ਨਹੀਂ ਹੁੰਦਾ। ਭਾਵ ਆਪਣੀ ਆਵਾਜ਼ ਜਿਹੜੀ ਹੈ ਤੁਸੀਂ ਫੈਲਾਉਂਦੇ ਅਗਲੇ ਦੇ ਮੂੰਹ ਭੰਨ ਦਿਓ ਅਤੇ ਤੁਸੀਂ ਕਹੋ ਮੇਰਾ ਹੱਕ ਹੈ, ਅਤੇ ਅਗਲਾ ਉਸ ਤੋਂ ਫਿਰ ਪ੍ਰਤੀਕਰਮ ਕਰੇਗਾ। ਇਹ ਨਸਲਵਾਦ ਦਾ ਜਿਹੜਾ ਜਿਸ ਤਰ੍ਹਾਂ ਦਾ ਬੋਲਬਾਲਾ ਇਹ ਸਾਰੀ ਘਟਨਾ ਦੇ ਵਿੱਚ ਚੱਲਿਆ, ਇਸ ਦੀ ਵਰਤੋਂ ਜਿਹੜੀ ਹੈ ਜਿਸ ਤਰ੍ਹਾਂ ਅੱਜ ਕੀਤੀ ਗਈ ਇਸ ਪ੍ਰੋਟੈਸਟ ਦੇ ਵਿੱਚ, ਉਹ ਅਤ ਨਿੰਦਣਯੋਗ ਹੈ। ਅਕਸਰ ਅਸੀਂ ਕਹਿੰਦੇ ਹਾਂ ਕਿ ਕੈਨੇਡਾ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਦੀ ਪਰਿਭਾਸ਼ਾ ਗਿਣੀ ਜਾਂਦੀ ਹੈ ਕਿ ਜਿਵੇਂ ਮਰਜ਼ੀ ਵਿਰੋਧ ਕਰ ਦਿਓ। ਪਰ ਆਹ ਪਿੱਛੇ ਜਿਹੜੇ ਜਿਸ ਤਰ੍ਹਾਂ ਦੇ ਵਿਰੋਧ ਹੋ ਰਹੇ ਨੇ, ਜਾਂ ਤੁਸੀਂ ਦੱਸਿਆ ਕਿ ਇੱਕ ਏਡੇ ਵੱਡੇ ਲੀਡਰ ਨੂੰ ਉਸ ਦੇ ਸਾਹਮਣੇ ਉਸ ਦੀ ਪਤਨੀ ਨੂੰ ਗੰਦੀਆਂ ਗਾਲਾਂ ਕੱਢਣੀਆਂ, ਜਾਂ ਇੱਕ ਜਿਹੜਾ ਹੈ ਸਾਡਾ ਨੌਜਵਾਨ ਦਸਤਾਰਧਾਰੀ ਲੀਡਰ ਉਸ ਨੂੰ ਖੜ੍ਹੇ ਹੋ ਕੇ ਉਹਦੇ ਮੂੰਹ 'ਤੇ ਉਹ ਲਫ਼ਜ਼ ਕਹਿਣੇ ਵੀ ਤੂੰ ਮਰ ਮੁੱਕ ਜੇ, ਜਾਂ ਰੱਜ ਕੇ ਉਸ ਨੂੰ ਬਦਸਲੂਕੀ ਕਰਨੀ, ਇਹ ਕਿਸ ਕਿਸਮ ਦਾ ਪ੍ਰੋਟੈਸਟ ਹੈ, ਇਹ ਕਿਸ ਕਿਸਮ ਦਾ ਵਿਰੋਧ ਹੈ? ਦੇਖੋ, ਅਫਸੋਸ ਇਸੀ ਗੱਲ ਆ ਗੁਰਿੰਦਰ ਸਿੰਘ ਜੀ, ਇਹ ਗੱਲ ਇੰਡੀਆ ਵੀ ਹੋ ਰਹੀ, ਇੱਥੇ ਵੀ ਹੋ ਰਹੀ, ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ। ਸੱਜੇ ਪੱਖੀ ਤਾਕਤਾਂ ਨੂੰ ਜ਼ੋਰ ਫੜ ਗਈਆਂ ਅਤੇ ਅੱਜ ਕੱਲ੍ਹ ਉਹ ਇਹ ਬਹੁਤ ਜ਼ਿਆਦਾ ਪ੍ਰਚਾਰ ਦੀਆਂ ਕਿ ਸਾਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਮਾਫ਼ ਕਰਨਾ, ਗੱਲ ਕਹਿਣ ਦੇ ਵਿੱਚ ਔਰ ਗਾਲ ਕੱਢਣ ਵਿੱਚ ਅੰਤਰ ਹੁੰਦਾ ਹੈ ਨਾ। ਹੇਟ ਸਪੀਚ ਅਤੇ ਫਰੀ ਸਪੀਚ 'ਚ ਅੰਤਰ ਹੈ। ਇੱਕ ਹੁੰਦੀ ਨਫ਼ਰਤ ਦੀ ਤਕਰੀਰ, ਇੱਕ ਹੁੰਦੀ ਕਿ ਤੁਹਾਡੀ ਫਰੀ ਸਪੀਚ, ਕਿ ਤੁਹਾਨੂੰ ਕੁਝ ਵੀ ਕਹਿਣ ਦਾ ਹੱਕ ਹੈ। ਦਲੀਲ ਨਾਲ ਗੱਲ ਕਰੋ, ਜਿਹੜੀ ਮਰਜ਼ੀ ਕਰੋ, ਚਾਹੇ ਕਿਸੇ ਨੂੰ ਸੋਭਦੀ ਨਹੀਂ ਸੋਭਦੀ। ਪਰ ਜੇ ਤੁਸੀਂ ਗਾਲਾਂ ਕੱਢੋਗੇ ਉਹ ਤਾਂ ਉਸ ਜ਼ੁਮਰੇ 'ਚ ਨਹੀਂ ਆਉਂਦੀ ਨਾ, ਧਮਕੀ ਦਿਓਗੇ ਉਹ ਤਾਂ ਜ਼ੁਮਰੇ 'ਚ ਨਹੀਂ ਆਉਂਦੀ, ਹੈ ਨਾ। ਸੋ ਉਹ ਨਫ਼ਰਤ ਦਾ ਜਿਹੜਾ ਜੁਰਮ ਹੈ ਉਸ ਨੂੰ ਤੁਸੀਂ ਇਸ ਤਰੀਕੇ ਨਾਲ ਇਹਨਾਂ ਮਾਸੂਮੀਅਤ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਸ 'ਚ ਕੋਈ ਮਾਸੂਮੀਅਤ ਹੈ ਨਹੀਂ ਗੀ। ਤੁਹਾਡੀ ਭਾਵਨਾ ਬਿਲਕੁਲ ਜਗ ਜ਼ਾਹਰ ਹੈ ਔਰ ਇਹੋ ਜਿਹੇ ਲੋਕਾਂ ਦੇ ਖਿਲਾਫ ਠੋਸ ਕਾਰਵਾਈ ਹੋਣੀ ਚਾਹੀਦੀ। ਕਿਸੇ ਨੂੰ ਕੋਈ ਮਤਲਬ ਨਹੀਂਗਾ ਫਰੀ ਸਪੀਚ ਦੇ ਨਾਂ 'ਤੇ ਉਹ ਗਾਲੀ ਗਲੋਚ ਕਰੇ, ਧਮਕੀਆਂ ਦੇਵੇ ਜਾਂ ਕਿਸੇ ਨੂੰ ਘੁਰਕੀ ਦੇਵੇ, ਬੇਲੋੜੀ ਕਿਸਮ ਦੀ ਗੱਲ ਕਰੇ। ਪਰ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਕੱਲ੍ਹ ਦੀ ਘਟਨਾ ਦੇ ਵਿੱਚ ਖਾਸ ਤੌਰ 'ਤੇ ਸਾਡੇ ਭਾਈਚਾਰੇ ਦੇ ਲੋਕ ਕੱਛਾਂ ਵਜਾ ਰਹੇ ਸੀ ਜਾਂ ਉਹਨਾਂ ਦੇ ਨਾਲ ਸੀਗੇ। ਸੋਚ ਕੇ ਵੇਖੋ ਕਿ ਇੱਕ ਦਿਨ ਪਹਿਲਾਂ ਉਸੇ ਟਰੂਡੋ ਨੇ ਕਾਮਾਗਾਟਾ ਮਾਰੂ ਦੇ ਜਹਾਜ਼ ਮੁਸਾਫਰਾਂ ਨੂੰ ਸ਼ਰਧਾਂਜਲੀ ਦਿੱਤੀ, ਉਹਨਾਂ ਨੂੰ ਯਾਦ ਕੀਤਾ। ਉਹ ਟਰੂਡੋ ਤੁਹਾਡੇ ਗੜ੍ਹ 'ਚ ਆਉਂਦਾ ਔਰ ਉਸ ਦੇ ਨਾਲ ਆਹ ਕੁਝ ਹੋਇਆ। ਕੀ ਇਹ ਕੱਛਾਂ ਵਜਾਉਣ ਦਾ ਮੌਕਾ ਸੀਗਾ ਜਾਂ ਸ਼ਰਮਸਾਰ ਹੋਣ ਦਾ ਮੌਕਾ ਸੀਗਾ? ਇਹਦਾ ਨਿਤਾਰਾ ਤੁਸੀਂ ਆਪ ਕਰ ਲਓ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਹਾਰਦਿਕ ਧੰਨਵਾਦ ਤੁਹਾਡੇ ਵਿਚਾਰਾਂ ਲਈ। ਧੰਨਵਾਦ। ਅਖੀਰ 'ਚ ਇਹ ਹੈ ਕਿ 23-24 ਤਾਰੀਖ ਦੀਆਂ ਇਹ ਘਟਨਾਵਾਂ ਜਿਹੜੀਆਂ ਹਨ ਕੈਨੇਡਾ ਦੇ ਪ੍ਰਸੰਗ ਦੇ ਵਿੱਚ ਵੀ ਬੜੀਆਂ ਚਿੰਤਾਜਨਕ ਨੇ। ਅਤੇ ਬੀਤੇ ਦਿਨ ਦੀ ਜਿਹੜੀ ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਬੱਚਿਆਂ 'ਤੇ ਹਮਲੇ ਦੀ ਘਟਨਾ ਹੈ, ਉਹ ਅਤ ਦਰਦਨਾਕ ਅਤੇ ਬਹੁਤ ਹੀ ਵਹਿਸ਼ਿਆਨਾ ਹੈ। ਸਾਨੂੰ ਅੱਜ ਘੁੱਗ ਵਸਦੇ ਸਮਾਜ ਦੇ ਵਿੱਚ ਜੇ ਵਿਰੋਧ ਵੀ ਕਰਨਾ, ਉਸ ਦਾ ਵੀ ਇੱਕ ਬਹੁਤ ਵਧੀਆ ਸ਼ਿਸ਼ਟਾਚਾਰ ਦਾ ਮਾਹੌਲ ਹੋਣਾ ਚਾਹੀਦਾ। ਦੂਸਰੇ ਪਾਸੇ ਜਿਹੜੀਆਂ ਗਨ ਕਲਚਰ ਦੀਆਂ ਜਿਹੜੀਆਂ ਘਟਨਾਵਾਂ ਅਮਰੀਕਾ 'ਚ ਵਾਪਰ ਰਹੀਆਂ ਨੇ, ਉਹ ਜਿਸ ਤਰ੍ਹਾਂ ਉੱਥੇ ਵੀ
ਭਿਆਨਕ ਤੇ ਨਿੰਦਣਯੋਗ ਨੇ, ਉੱਥੇ ਕੈਨੇਡਾ ਜਾਂ ਦੂਜੇ ਮੁਲਕਾਂ 'ਚ ਵੀ ਅਸਰ ਹੋ ਸਕਦਾ ਹੈ। ਸਾਨੂੰ ਸੁਚੇਤ ਰਹਿਣਾ ਚਾਹੀਦਾ। ਸੰਸਾਰ ਦੇ ਵਸਦੇ ਲੋਕਾਂ ਨੂੰ ਜਾਗਰੂਕ ਹੋ ਕੇ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਸੰਸਾਰ ਜਿਹੜਾ ਇਹ ਜਿਸ ਤਰ੍ਹਾਂ ਦਾ ਵਰਤਾਰਾ ਹੈ, ਇਸ ਨੂੰ ਵਧੀਆ ਢੰਗ ਦੇ ਨਾਲ ਸਮੁੱਚੇ ਤੌਰ ਤੇ ਇੱਕ ਖੁਸ਼ਹਾਲੀ ਦੇ ਰੂਪ 'ਚ ਵਰਤੀਏ, ਨਾ ਕਿ ਇਸ ਦੀ ਤਬਾਹੀ ਵੱਲ ਨੂੰ ਇਸ ਨੂੰ ਲੈ ਕੇ ਜਾਈਏ। ਇਹੀ ਮਨੁੱਖਤਾ ਦਾ ਸੁਨੇਹਾ ਹੋਣਾ ਚਾਹੀਦਾ ਹੈ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।